ਸੋ ਆਓ ਆਪਾਂ ਜਿਹੜਾ ਅੱਜ ਦਾ ਵਿਸ਼ਾ ਹੈ ਉਸ ਨੂੰ ਵਿਚਾਰਨ ਦੇ ਲਈ ਅੱਗੇ ਤੁਰੀਏ। ਭਾਈ ਹਰਜਿੰਦਰ ਸਿੰਘ ਜੀ ਸਭਰਾ ਸਾਡੇ ਨਾਲ ਸਾਂਝ ਪਾ ਰਹੇ ਹਨ। ਗੁਰਬਾਣੀ ਜੀਵਨ ਜਾਚ ਹੈ। ਸੋ ਇਸ ਸੰਬੰਧੀ ਭਾਈ ਸਾਹਿਬ ਜੀ ਸਾਡੇ ਨਾਲ ਹੁਣ ਮੈਂ ਬੇਨਤੀ ਕਰਾਂ ਕਿ ਇਹ ਗੁਰਬਾਣੀ ਅਸੀਂ ਮੰਨਦੇ ਹਾਂ ਕਿ ਸਾਡੇ ਜੀਵਨ ਦਾ ਆਧਾਰ ਹੈ। ਸੋ ਇਸ ਸੰਬੰਧੀ ਆਪ ਜੀ ਸਾਨੂੰ ਸਰੋਤਿਆਂ ਨੂੰ ਦੱਸੋ ਕਿ ਇਹ ਕਿਵੇਂ ਆਧਾਰ ਹੈ ਤੇ ਅਸੀਂ ਜੀਵਨ ਜਾਚ ਸ਼ਬਦ ਵਰਤਦੇ ਹਾਂ। ਕਿਰਪਾ ਕਰਕੇ ਇਸ ਨੂੰ ਵੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਿਓ ਕਿ ਸਾਨੂੰ ਸਮਝ ਲੱਗ ਜਾਵੇ ਕਿ ਕਿਵੇਂ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ, ਸਾਡੇ ਜੀਵਨ ਨੂੰ ਕਿਵੇਂ ਦਿਸ਼ਾ ਦਿੰਦੀ। ਸਭ ਤੋਂ ਪਹਿਲੀ ਗੱਲ, ਜੋ ਕੁਦਰਤ ਨੇ ਮਨੁੱਖ ਦਾ ਇਹ ਜੀਵਨ ਬਣਾਇਆ ਹੈ, ਮਨੁੱਖ ਦੇ ਜੀਵਨ ਨੂੰ ਚਲਾਉਣ ਵਾਸਤੇ ਇਹਦੇ ਅੰਦਰ ਇੱਕ ਸਭ ਤੋਂ ਵੱਡੀ ਤਾਕਤ ਜਿਹੜੀ ਪਾਈ ਗਈ ਆ, ਜਿਹਨੂੰ ਗੁਰਬਾਣੀ ਮਨ ਰਾਜਾ ਸੁਲਤਾਨ ਕਹਿੰਦੀ ਆ ਵੀ ਇਸ ਬੋਡੀ ਦੇ ਅੰਦਰ, ਇਸ ਸਰੀਰ ਦੇ ਅੰਦਰ ਜੋ ਸਾਡਾ ਮਨ ਹੈ, ਮਨ ਦਾ ਭਾਵ ਹੈ ਕਿ ਸਾਡੇ ਵਿਚਾਰਾਂ ਦਾ ਸੰਗ੍ਰਹਿ, ਜਿਹੜੇ ਫੁਰਨੇ ਸਾਡੇ ਮਨ ਅੰਦਰ ਉੱਠਦੇ ਨੇ। ਸਾਡਾ ਸਾਰਾ ਜੀਵਨ ਜਿਹੜਾ ਹੈ, ਸਾਡੀ ਬੋਡੀ ਆ, ਸਾਡੀ ਹਰਕਤ ਆ, ਸਾਡਾ ਜੋ ਵੀ ਐਕਸ਼ਨ ਆ, ਉਹ ਸਾਡੇ ਮਨ ਦੇ ਖਿਆਲਾਂ ਕਰਕੇ ਆ। ਜਿਹੋ ਜਿਹਾ ਸਾਡਾ ਮਨ ਹੋਏਗਾ, ਉਹੋ ਜਿਹਾ ਸਾਡਾ ਬਚਨ ਤੇ ਕਰਮ ਹੋਏਗਾ। ਇਸ ਕਰਕੇ 3 ਸ਼ਬਦ ਧਰਮ ਫਿਲਾਸਫੀ 'ਚ ਵਰਤੇ ਜਾਂਦੇ ਨੇ: ਮਨ, ਬਾਚ ਤੇ ਕਰਮ, ਜਿਹਨੂੰ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਮਨ ਬਾਚ ਕਰਮ ਪ੍ਰਭ ਏਕ ਧਿਆਏ, ਵੀ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ, ਇਹਨਾਂ ਤਿੰਨਾਂ ਦੇ ਸਹਿਯੋਗ ਨਾਲ ਜੋ ਬਣਦਾ ਹੈ ਉਹ ਸਾਡਾ ਕਿਰਦਾਰ ਹੈ, ਸਾਡਾ ਕਰੈਕਟਰ ਹੈ। ਅਸੀਂ ਕਹਿੰਦੇ ਹਾਂ ਨਾ ਫਲਾਣੇ ਆਦਮੀ ਦਾ ਇਹ ਕਰੈਕਟਰ ਹੈ, ਇਹਦਾ ਮਤਲਬ ਉਹਦੀ ਜ਼ੁਬਾਨ ਚੰਗੀ ਨਹੀਂ ਹੋਊਗੀ ਜਾਂ ਉਹਦੀ ਜ਼ੁਬਾਨ ਬਹੁਤ ਮਿੱਠੀ ਹੋਊਗੀ। ਜੇ ਅਸੀਂ ਕਹਿੰਦੇ ਇਹਦਾ ਕਰੈਕਟਰ ਮਾੜਾ, ਇਹਦਾ ਕਿਰਦਾਰ ਨੀਵਾਂ, ਇਹਦਾ ਮਤਲਬ ਆ ਵੀ ਉਹਦਾ ਮਨ ਕਰਕੇ ਉਹ ਚੰਗਾ ਨਹੀਂ ਸੋਚਦਾ, ਉਹ ਚੰਗੀ ਹਰਕਤਾਂ ਨਹੀਂ ਕਰਦਾ, ਉਹ ਚੰਗਾ ਐਕਸ਼ਨ ਨਹੀਂ ਕਰਦਾ, ਜਿਹੜੇ ਕੰਮ ਕਰਦਾ ਮਾੜੇ ਕਰਦਾ, ਬੋਲਦਾ ਮਾੜਾ। ਜਦੋਂ ਅਸੀਂ ਕਹਿੰਦੇ ਇਹਦਾ ਕਰੈਕਟਰ, ਇਹਦਾ ਕਿਰਦਾਰ ਬਹੁਤ ਉੱਚਾ, ਇਨਸਾਨ ਬਹੁਤ ਵਧੀਆ, ਤਾਂ ਇਹਦਾ ਮਤਲਬ ਇਹ ਹੁੰਦਾ ਵੀ ਉਹਦੀ ਸੋਚਣੀ ਚੰਗੀ ਆ, ਉਹਦਾ ਬੋਲ ਚਾਲ ਚੰਗਾ ਵਾ, ਉਹਦੀਆਂ ਹਰਕਤਾਂ, ਉਹਦਾ ਕਾਰ ਵਿਹਾਰ, ਜਿਹੜਾ ਸਰੀਰ ਦੇ ਨਾਲ ਉਹ ਕਿਰਿਆ ਕਰਦਾ, ਕਰਮ ਕਰਦਾ, ਉਹ ਬੜੇ ਚੰਗੇ ਆ। ਸੋ ਇਸ ਤਰ੍ਹਾਂ ਅਸੀਂ ਇਹਨੂੰ ਕਿਰਦਾਰ ਕਹਿੰਦੇ। ਜਿਹੜਾ ਕਿਰਦਾਰ ਬਣਦਾ ਉਹ ਸਾਡਾ ਮਨ ਕਰਕੇ, ਜੋ ਅਸੀਂ ਫੁਰਨੇ ਨੇ, ਜੋ ਸੋਚਾਂ ਨੇ ਸਾਡੀਆਂ, ਜੋ ਵਿਚਾਰ ਨੇ ਸਾਡੇ ਅੰਦਰ, ਜੋ ਅਸੀਂ ਜ਼ੁਬਾਨ ਤੋਂ ਬੋਲਦੇ ਹਾਂ, ਜੋ ਅਸੀਂ ਗੱਲਬਾਤ ਕਰਦੇ ਹਾਂ ਇੱਕ ਦੂਜੇ ਨਾਲ, ਅਤੇ ਤੀਸਰੀ ਗੱਲ ਜੋ ਅਸੀਂ ਵਿਹਾਰ ਕਰਦੇ ਹਾਂ, ਸਰੀਰ ਦੇ ਰਾਹੀਂ ਕੰਮ ਕਰਦੇ ਹਾਂ, ਇਹਨਾਂ ਤਿੰਨਾਂ ਚੀਜ਼ਾਂ ਦੇ ਸੁਮੇਲ ਨਾਲ ਸਾਡਾ ਕਿਰਦਾਰ ਜਿਹੜਾ ਹੈ ਉਹ ਉਸਰਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਸਾਡਾ ਕਰੈਕਟਰ ਡਿਵੈਲਪ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਇਹ ਗੱਲ ਦੱਸਦੀ ਆ ਕਿ ਮਨੁੱਖ ਦਾ ਸਾਰਾ ਜਿਹੜਾ ਦਰੋ ਮਦਾਰ ਟਿਕਿਆ ਹੋਇਆ, ਸਾਡਾ ਹਰਕਤ ਕਰਨਾ, ਸਾਡਾ ਬੋਲਣਾ, ਇਹਦਾ ਬੇਸ ਆ ਸਾਡਾ ਮਨ, ਸਾਡੀਆਂ ਸੋਚਾਂ, ਸਾਡੇ ਵਿਚਾਰ। ਜੇ ਸਾਡੇ ਫੁਰਨੇ, ਸਾਡੇ ਵਿਚਾਰ ਕੰਟਰੋਲ ਵਿੱਚ ਨੇ, ਚੰਗੇ ਨੇ, ਤੇ ਸਾਡਾ ਕਿਰਦਾਰ ਵੀ ਚੰਗਾ। ਜੇ ਸਾਡੇ ਫੁਰਨੇ ਮਾੜੇ ਨੇ, ਖਿਆਲ ਮਾੜੇ ਨੇ, ਤੇ ਸਾਡਾ ਕਿਰਦਾਰ ਵੀ ਉਸੇ ਹਿਸਾਬ ਨਾਲ ਹੀ ਮਾੜਾ ਹੋਏਗਾ। ਇਹਨੂੰ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਵੀ ਜ਼ਬਾਨ ਤੋਂ ਬੰਦਾ ਜੋ ਮਰਜ਼ੀ ਕਹੀ ਜਾਵੇ ਉਹ ਤਾਂ ਹਵਾਈ ਗੱਲ ਆ, ਪਰ ਸਹੀ ਮਾਇਨਿਆਂ 'ਚ ਇਨਸਾਨ ਉਹ ਕੁਝ ਹੀ ਹੁੰਦਾ ਜੋ ਉਹਦੇ ਅੰਦਰ ਆ, ਭਾਵ ਜਿਹੋ ਜਿਹੇ ਉਹਦੇ ਖਿਆਲ ਆ, ਜਿਹੋ ਜਿਹੇ ਉਹਦੇ ਵਿਚਾਰ ਆ, ਜਿਹੋ ਜਿਹਾ ਉਹਦਾ ਥਾਟ ਬਣਿਆ ਹੋਇਆ। ਇਸ ਲਈ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ ਕਿ ਗੁਰਬਾਣੀ ਕੀ ਹੈ, ਗੁਰਬਾਣੀ ਹੈ ਉਹਨਾਂ ਮਹਾਨ ਪੁਰਖਾਂ ਦੇ ਜੀਵਨ ਦਾ ਤਜਰਬਾ, ਜਿਨ੍ਹਾਂ ਨੇ ਸੱਚ ਨੂੰ, ਚੰਗਿਆਈ ਨੂੰ, ਧਰਮ ਨੂੰ, ਅਕਾਲ ਪੁਰਖ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ, ਕਿਰਦਾਰ ਵਿੱਚ ਹੰਢਾਇਆ। ਜੋ ਉਹਨਾਂ ਨੇ ਹੰਢਾਇਆ, ਜੋ ਉਹਨਾਂ ਨੇ ਜੀਵਿਆ, ਉਹਨਾਂ ਨੇ ਉਹ ਆਪਣਾ ਸੱਚਾ ਸੁੱਚਾ ਤਜਰਬਾ ਜਿਹੜਾ ਹੈ ਉਹ ਸ਼ਬਦਾਂ ਦੇ ਰਾਹੀਂ ਸਾਡੇ ਤੱਕ ਪਹੁੰਚਾਇਆ, ਤਾਂ ਕਿ ਅਸੀਂ ਉਹਦੇ ਤੋਂ ਸੇਧ ਲੈ ਸਕੀਏ। ਇਸੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਸ਼ਬਦ ਆਏ ਨੇ ਵੀ ਸੱਚ ਕੀ ਬਾਣੀ ਨਾਨਕ ਆਖੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਇੱਕ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਹੋਰ ਉਪਦੇਸ਼ ਪੜ੍ਹਦੇ ਹਾਂ, ਸੰਤਨ ਕੀ ਸੁਣ ਸਾਚੀ ਸਾਖੀ। ਸਾਖੀ ਦਾ ਅਰਥ ਹੁੰਦਾ ਗਵਾਹੀ, ਵੀ ਨੇਕ ਪੁਰਖਾਂ ਦੀ, ਰੱਬ ਦੇ ਬੰਦਿਆਂ ਦੀ ਚੰਗੀ ਨੇਕ ਗਵਾਹੀ ਨੂੰ ਸੁਣੋ। ਸੋ ਬੋਲੇ ਜੋ ਪੇਖੈ ਆਖੀ, ਉਹ ਕੁਝ ਦੱਸ ਰਹੇ ਨੇ ਜੋ ਉਹਨਾਂ ਨੇ ਅੱਖੀਂ ਵੇਖਿਆ, ਭਾਵ ਜੋ ਉਹਨਾਂ ਨੇ ਹੰਢਾਇਆ ਆਪਣੇ ਜੀਵਨ ਦੇ ਅੰਦਰ। ਸੋ ਇਸ ਢੰਗ ਨਾਲ ਗੁਰਬਾਣੀ ਉਹਨਾਂ 35 ਮਹਾਂਪੁਰਖਾਂ ਦੇ ਜੀਵਨ ਦਾ ਤਜਰਬਾ ਹੈ, ਸੱਚ ਹੈ, ਜੋ ਉਹਨਾਂ ਨੇ ਆਪਣੇ ਜੀਵਨ 'ਚ ਜੀਵਿਆ ਹੈ, ਜੋ ਉਹਨਾਂ ਨੇ ਅਨੁਭਵ ਕੀਤਾ ਹੈ, ਜੋ ਉਹਨਾਂ ਨੇ ਮਹਿਸੂਸ ਕੀਤਾ ਹੈ, ਉਹਨੂੰ ਉਹਨਾਂ ਨੇ ਸ਼ਬਦਾਂ ਦੇ ਰਾਹੀਂ ਸਾਨੂੰ ਦੱਸਣ ਦਾ ਬਹੁਤ ਸਫਲ ਯਤਨ ਕੀਤਾ। ਔਰ ਗੁਰਬਾਣੀ ਨੂੰ ਇਸੇ ਕਰਕੇ ਗੁਰੂ ਅਰਜਨ ਸਾਹਿਬ ਪਿਓ ਦਾਦੇ ਦਾ ਖਜ਼ਾਨਾ ਕਹਿੰਦੇ ਨੇ।
ਇਹ ਸ਼ਬਦ ਉਹ ਬਾਣੀ ਦੇ ਵਿੱਚ ਵਰਤਦੇ ਨੇ ਵੀ ਪਿਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਕਾ ਕਛੂ ਨਾ ਮੋੜ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੈ ਰਲ ਮਿਲ, ਭਾਈ ਤੋਟ ਨਾ ਆਵੈ ਵੱਧ ਦੋ ਜਾਈ। ਸਤਿਗੁਰੂ ਦੀ ਜਿਹੜੀ ਇਹ ਬਾਣੀ ਹੈ, ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਵੀ ਸਿੱਖ ਨੇ ਇਸ ਨੂੰ ਪੜ੍ਹਨ ਵਾਲੇ ਨੇ ਇਸ ਨੂੰ ਸਮਝ ਕੇ, ਇਸ ਨੂੰ ਵਿਚਾਰ ਕੇ ਇਸ ਦਾ ਰੂਪ ਹੋਣ ਦੀ ਕੋਸ਼ਿਸ਼ ਕਰਨੀ ਹੈ। ਭਾਵ ਆਪਣਾ ਕਿਰਦਾਰ, ਆਪਣਾ ਜੀਵਨ ਗੁਰਬਾਣੀ ਦੇ ਮੁਤਾਬਕ ਬਣਾਉਣ ਦਾ ਯਤਨ ਕਰਨਾ ਹੈ। ਜਦੋਂ ਅਸੀਂ ਇਹ ਗੱਲ ਸ਼ਬਦ ਬਾਰ-ਬਾਰ ਅਸੀਂ ਅਕਸਰ ਹੀ ਦੁਹਰਾਉਂਦੇ ਹਾਂ ਵੀ ਸਾਡਾ ਜੀਵਨ ਗੁਰਬਾਣੀ ਮੁਤਾਬਕ ਹੋਣਾ ਚਾਹੀਦਾ ਹੈ, ਸਾਡੇ ਜੀਵਨ ਵਿੱਚ ਗੁਰਬਾਣੀ ਦਾ ਵਸਣਾ ਬਹੁਤ ਜ਼ਰੂਰੀ ਹੈ, ਸਾਡੇ ਮਨ ਅੰਦਰ ਬਾਣੀ ਵਸ ਜਾਏ, ਸਾਡੇ ਹਿਰਦੇ 'ਚ ਬਾਣੀ ਵਸ ਜਾਏ, ਤਾਂ ਇਹਦਾ ਭਾਵ ਆ ਕਿ ਜੋ ਸਤਿਗੁਰੂ ਦਾ ਉਪਦੇਸ਼ ਆ ਉਹ ਉਪਦੇਸ਼ ਸਾਡੇ ਕਰੈਕਟਰ ਦਾ, ਸਾਡੇ ਕਿਰਦਾਰ ਦਾ ਹਿੱਸਾ ਬਣੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ, ਕਬੀਰ ਸਾਹਿਬ ਜੀ ਨੇ ਤਥਾ ਹੋਰ ਗੁਰੂ ਸਾਹਿਬਾਨ ਭਗਤਾਂ ਮਹਾਂਪੁਰਖਾਂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਭਾਏਮਾਨ ਹੈ, ਉਹ ਬਾਣੀ ਦੇ ਜੋ ਉਪਦੇਸ਼ ਨੇ, ਜੋ ਖਿਆਲ ਨੇ, ਉਹ ਸਾਡੇ ਜੀਵਨ ਕਿਰਦਾਰ ਦਾ, ਸਾਡੀ ਰਹਿਣੀ ਬਹਿਣੀ ਦਾ, ਸਾਡੇ ਜੀਵਨ ਢੰਗ ਦਾ ਹਿੱਸਾ ਬਣ ਸਕਣ। ਇਸ ਤੋਂ ਅਗਲੀ ਗੱਲ ਜੋ ਮੈਂ ਸਾਂਝੀ ਕਰਨੀ ਚਾਹੁੰਦਾ ਉਹ ਇਹ ਆ ਵੀ ਅਸੀਂ ਇਹ ਵੀ ਸਮਝ ਲਿਆ ਗੁਰਬਾਣੀ ਕੀ ਹੈ, ਇਹ ਵੀ ਸਮਝ ਲਿਆ ਵੀ ਮਨੁੱਖ ਦਾ ਕਿਰਦਾਰ ਕਿਵੇਂ ਉਸਰਦਾ ਹੈ। ਹੁਣ ਤੀਸਰੀ ਗੱਲ ਆ ਵੀ ਸਾਡਾ ਜਿਹੜਾ ਕਿਰਦਾਰ ਆ ਉਹ ਗੁਰਬਾਣੀ ਮੁਤਾਬਕ ਕਿਵੇਂ ਬਣ ਸਕਦਾ। ਉਹਦੇ ਵਾਸਤੇ ਸਾਨੂੰ ਕੀ ਯਤਨ ਕਰਨੇ ਪੈਂਦੇ ਨੇ। ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਬਾਣੀ ਨੂੰ ਗਾਉਂਦੇ ਹਾਂ, ਬਾਣੀ ਨੂੰ ਵਿਚਾਰਦੇ ਹਾਂ, ਬਾਣੀ ਨੂੰ ਸਮਝਦੇ ਹਾਂ, ਉਹਦੇ ਵਿੱਚ ਕੀ ਲਿਖਿਆ, ਉਹਦਾ ਮਤਲਬ ਕੀ ਆ, ਉਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਸਾਨੂੰ ਇਹ ਗੱਲ ਸਮਝ ਵਿੱਚ ਆ ਜਾਂਦੀ ਵੀ ਗੁਰੂ ਸਾਹਿਬ ਆਹ ਸਾਨੂੰ ਕਹਿਣਾ ਚਾਹੁੰਦੇ ਨੇ, ਗੁਰੂ ਸਾਹਿਬ ਸਾਨੂੰ ਆਹ ਦੱਸਦੇ ਨੇ, ਫਿਰ ਉਸ ਤੋਂ ਅਗਲੀ ਸਟੇਜ ਆ ਜਾਂਦੀ ਹੈ ਵੀ ਅਸੀਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਕਿਹਾ ਗਿਆ, ਜਿਹਨੂੰ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਕਿ ਹੇ ਗੁਰਸਿੱਖ ਮਿੱਤਰੋ, ਗੁਰੂ ਦੀ ਚਾਲ, ਗੁਰੂ ਦੇ ਤਰੀਕੇ ਮੁਤਾਬਕ ਚਲੋ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਪਰ ਗੁਰੂ ਦੀ ਚਾਲ ਮੁਤਾਬਕ ਚੱਲਣ ਵਾਸਤੇ ਸਾਨੂੰ ਇੱਕ ਯਤਨ ਕਰਨਾ ਪੈਂਦਾ ਵੀ ਸਾਨੂੰ ਜੋ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਦੇਖਦੇ ਹਾਂ ਵੀ ਗੁਰੂ ਸਾਹਿਬ ਆਹ ਕਹਿੰਦੇ ਨੇ, ਆਹ ਗੁਰੂ ਸਾਹਿਬ ਦਾ ਰਸਤਾ, ਆਹ ਉਪਦੇਸ਼ ਆ, ਆਹ ਮਾਰਗ ਆ ਜਿਹੜਾ ਉਹ ਸਾਨੂੰ ਦ੍ਰਿੜ ਕਰਵਾ ਰਹੇ ਨੇ, ਫਿਰ ਅਸੀਂ ਆਪਣੇ ਵੱਲ ਦੇਖਣਾ ਵੀ ਇਹ ਮੇਰਾ ਕਿਰਦਾਰ, ਮੇਰਾ ਕਰੈਕਟਰ ਆ ਵੀ ਕੀ ਸੱਚਮੁੱਚ ਹੀ ਜੋ ਗੁਰੂ ਸਾਹਿਬ ਕਹਿ ਰਹੇ ਨੇ ਉਹ ਮੇਰੇ ਜੀਵਨ 'ਚ ਹੈ। ਜਿਨ੍ਹਾਂ ਚੀਜ਼ਾਂ ਤੋਂ ਗੁਰੂ ਸਾਹਿਬ ਦੀ ਬਾਣੀ ਸਾਨੂੰ ਸੁਚੇਤ ਕਰ ਰਹੀ ਹੈ, ਕੀ ਉਹ ਗੱਲਾਂ ਮੇਰੇ ਜੀਵਨ 'ਚ ਹਨ। ਜਿਹੜੇ ਔਗਣਾਂ ਤੋਂ ਬਚਣ ਲਈ ਸਾਨੂੰ ਕਹਿ ਰਹੇ ਨੇ, ਕਿਤੇ ਮੈਂ ਉਹ ਔਗਣ ਆਪਣੇ ਜੀਵਨ ਵਿੱਚ ਵਸਾ ਤੇ ਨਹੀਂ ਬੈਠਾ। ਇਵੇਂ ਜਦੋਂ ਅਸੀਂ ਆਪਣੇ ਆਪ ਦੀ ਤੁਲਨਾ ਗੁਰਬਾਣੀ ਨਾਲ ਕਰਦੇ ਹਾਂ, ਇੱਕ ਗੱਲ ਮੈਂ ਇੱਥੇ ਜ਼ਰੂਰ ਸਾਂਝੀ ਕਰਨਾ ਚਾਹੁੰਦਾ, ਬਾਣੀ ਦਾ ਪਾਠ ਅਸੀਂ ਬੈਠ ਕੇ ਕਰ ਸਕਦੇ ਹਾਂ, ਇੱਕ ਦੂਸਰੇ ਨੂੰ ਸੁਣ ਸਕਦੇ ਹਾਂ, ਸੁਣਾ ਸਕਦੇ ਹਾਂ। ਕੀਰਤਨ, ਕਥਾ, ਇਹ ਸਾਰੀਆਂ ਚੀਜ਼ਾਂ ਸੰਗਤੀ ਰੂਪ ਵਿੱਚ ਅਸੀਂ ਇੱਕ ਦੂਜੇ ਨਾਲ ਸਾਂਝ ਬਣਾਉਂਦੇ, ਪਰ ਜਿਹੜੀ ਤੁਲਨਾ ਕਰਨੀ ਹੈ ਨਾ ਅਸੀਂ, ਉਹ ਆਪਣੇ ਆਪ ਦੀ ਅਸੀਂ ਆਪ ਖੁਦ ਕਰਨੀ ਹੈ। ਦੂਸਰਾ ਸਾਨੂੰ ਦੱਸ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਹ ਲਿਖਿਆ, ਇਹਨੂੰ ਇਸ ਤਰ੍ਹਾਂ ਮੰਨਣਾ, ਇਹਨੂੰ ਇਸ ਤਰ੍ਹਾਂ, ਉਹ ਸਾਨੂੰ ਇਹ ਸਾਰੀਆਂ ਗੱਲਾਂ ਦੀ ਸਾਂਝ ਬਣਾ ਸਕਦਾ। ਪਰ ਜਿੱਥੋਂ ਤੱਕ ਕਿ ਗੁਰਬਾਣੀ ਨੂੰ ਜੀਣ ਦੀ ਗੱਲ, ਉਹ ਅਸੀਂ ਖੁਦ ਜੀਣੀ ਹੈ। ਉਹ ਸਾਡੀ ਜ਼ਿੰਮੇਵਾਰੀ ਦੂਸਰਾ ਨਹੀਂ ਨਿਭਾ ਸਕਦਾ। ਦੂਸਰਾ ਸਾਨੂੰ ਪੜ੍ਹ ਕੇ ਸੁਣਾ ਸਕਦਾ, ਉਹਨੂੰ ਐਕਸਪਲੇਨ ਕਰ ਸਕਦਾ, ਉਹਦੀ ਵਿਆਖਿਆ ਕਰ ਸਕਦਾ, ਉਹਨੂੰ ਸੌਖੇ ਢੰਗ ਨਾਲ ਸਮਝਾ ਕੇ ਸਾਡੀ ਹੈਲਪ ਕਰ ਸਕਦਾ, ਮਦਦ ਕਰ ਸਕਦਾ। ਪਰ ਜਿਹੜੀ ਗੁਰਬਾਣੀ ਜੀਣ ਦੀ ਗੱਲ ਆ, ਹੰਡਾਉਣ ਦੀ ਗੱਲ ਆ, ਉਹ ਅਸੀਂ ਖੁਦ ਹੰਡਾਉਣੀ ਹੈ। ਇਸੇ ਨੂੰ ਗੁਰੂ ਸਾਹਿਬ ਬਾਣੀ 'ਚ ਕਹਿੰਦੇ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਇਸ ਨੂੰ ਗੁਰੂ ਸਾਹਿਬ ਬਾਣੀ ਦੇ ਵਿੱਚ ਕਹਿੰਦੇ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਨੇ, ਵੀ ਇਹਨੂੰ ਅਸੀਂ ਆਪਣੇ ਮਨ ਅੰਦਰ, ਆਪਣੇ ਹਿਰਦੇ ਅੰਦਰ ਖੁਦ ਹੀ ਵਸਾਉਣਾ ਹੈ। ਇਸ ਕਰਕੇ ਪਹਿਲਾ ਸ਼ਬਦ ਗੁਰੂ ਅਰਜਨ ਸਾਹਿਬ ਖਾਵੇਂ ਸ਼ਬਦ ਵਰਤਦੇ ਆ, ਖਾਵੇਂ, ਫਿਰ ਦੂਸਰਾ ਵਰਤਦੇ ਨੇ ਖਰਚੈ। ਜਦੋਂ ਅਸੀਂ ਖਾਂਦੇ ਦਾ ਅਰਥ ਹੈ ਕਿ ਅਸੀਂ ਆਪ ਹੰਡਾਉਂਦੇ ਹਾਂ ਤੇ ਸਾਨੂੰ ਸਮਝ ਆ ਜਾਂਦੀ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਕਿਹੋ ਜਿਹਾ ਜੀਵਨ ਬਖਸ਼ਿਸ਼ ਕਰਦਾ। ਫਿਰ ਸਾਡੇ ਅੰਦਰ ਇੱਕ ਚਾਹ ਪੈਦਾ ਹੁੰਦਾ ਕਿ ਅਸੀਂ ਇਹਨੂੰ ਖਰਚੀਏ। ਖਰਚਣ ਦਾ ਮਤਲਬ ਹੈ ਅਸੀਂ ਇਹਨੂੰ ਦੂਸਰਿਆਂ ਨਾਲ ਵੀ ਸਾਂਝਾ ਕਰੀਏ ਵੀ ਆਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਿਧਾਂਤ, ਉਪਦੇਸ਼, ਜੀਵਨ ਦੀ ਗੱਲ ਕਹੀ ਗਈ ਆ ਵੀ ਇਹ ਦੂਜਿਆਂ ਤੱਕ ਵੀ ਪਹੁੰਚਣੀ ਚਾਹੀਦੀ ਹੈ। ਤੋ ਇਸ ਢੰਗ ਨਾਲ ਖਾਣ ਦੇ ਸਫ਼ਰ ਤੋਂ ਲੈ ਕੇ ਖਰਚਣ ਦਾ ਸਫ਼ਰ ਜਿਹੜਾ ਵਾ ਉਹ ਸਿੱਖ ਦਾ ਸ਼ੁਰੂ ਹੁੰਦਾ। ਉਹਨੂੰ ਗੁਰਬਾਣੀ ਕਹਿੰਦੀ ਆ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਵੀ ਜੋ ਆਪ ਵੀ ਦ੍ਰਿੜ ਕਰਦਾ ਹੈ ਆਪਣੇ ਮਨ ਅੰਦਰ ਤੇ ਦੂਸਰਿਆਂ ਨੂੰ ਦ੍ਰਿੜ ਕਰਵਾਉਣ ਲਈ, ਦੂਸਰਿਆਂ ਨੂੰ ਦੱਸਣ ਲਈ ਸਦਾ ਤਤਪਰ ਰਹਿੰਦਾ ਹੈ। ਹੁਣ ਜਿਹੜੀ ਗੱਲ ਵੀ ਸਾਡਾ ਕਿਰਦਾਰ, ਸਾਡਾ ਕਰੈਕਟਰ ਗੁਰਬਾਣੀ ਮੁਤਾਬਕ ਕਿਵੇਂ ਬਣੇ,
ਇਹਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਸਮਝਦੇ ਹਾਂ, ਵਿਚਾਰਦੇ ਹਾਂ, ਗਾਉਂਦੇ ਹਾਂ, ਉਹਨੂੰ ਅਸੀਂ ਇਹ ਵੇਖੀਏ ਵੀ ਅਸੀਂ ਕਿੱਥੇ ਖੜੇ ਹਾਂ ਤੇ ਗੁਰਬਾਣੀ ਕੀ ਕਹਿ ਰਹੀ ਹੈ। ਉਹਨੂੰ ਉਹਦਾ ਸੁਮੇਲ ਕਰਨ ਵਾਸਤੇ ਸਾਨੂੰ ਜਿਹੜੀ ਆ ਮਸ਼ੱਕਤ, ਮਿਹਨਤ ਖੁਦ ਕਰਨੀ ਪਏਗੀ। ਆਪਣੇ ਮਨ ਅੰਦਰ ਝਾਤ ਮਾਰਨੀ, ਜਿਹਨੂੰ ਗੁਰੂ ਸਾਹਿਬ ਕਹਿੰਦੇ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਹੇ, ਵੀ ਆਪੇ ਨੇ ਆਪ ਨੂੰ ਪਛਾਣਨਾ, ਆਪਣੇ ਆਪ ਨੂੰ ਜਾਣਨਾ, ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਨੂੰ ਨਾਪਦੇ ਤੋਲਦੇ ਰਹਿਣਾ, ਆਪਣੇ ਜੀਵਨ ਨੂੰ ਘੋਖਦੇ ਰਹਿਣਾ, ਵਿਚਾਰਦੇ ਰਹਿਣਾ। ਇਹਦੇ ਲਈ ਬੜੀ ਇੱਕ ਉੱਤਮ ਉਦਾਹਰਣ ਜਿਹੜੀ ਆ ਅਕਸਰ ਆਪਾਂ ਸਾਂਝੀ ਕਰਦੇ ਰਹਿੰਦੇ ਹਾਂ। ਜਿਵੇਂ ਅਸੀਂ ਆਪਣੇ ਘਰ ਦੇ ਅੰਦਰ ਜੋ ਡਸਟ ਜਾਂ ਕੂੜਾ ਕਰਕਟ ਹੁੰਦਾ, ਅਸੀਂ ਰੋਜ਼ ਝਾੜੂ ਦਿੰਦੇ ਹਾਂ, ਸਫਾਈ ਕਰਦੇ ਹਾਂ। ਤਾਂ ਝਾੜੂ ਦੇਣ ਦਾ ਅਰਥ, ਸਫਾਈ ਕਰਨ ਦਾ ਅਰਥ ਇਹ ਹੁੰਦਾ ਵੀ ਜੋ ਸਾਡੇ ਘਰ 'ਚ ਕੂੜਾ ਕਰਕਟ, ਡਸਟ, ਜੋ ਵੀ ਗੰਦਗੀ ਹੈ, ਅਸੀਂ ਰੋਜ਼ ਉਹਨੂੰ ਹੂੰਝ ਕੇ ਬਾਹਰ ਕੱਢ ਦਿੰਦੇ ਹਾਂ। ਇਸੇ ਤਰ੍ਹਾਂ ਜਿਹੜਾ ਸਾਡਾ ਇਹ ਜੀਵਨ, ਅਸੀਂ ਅੱਖਾਂ ਨਾਲ ਜੋ ਵੇਖਿਆ, ਕੰਨਾਂ ਨਾਲ ਜੋ ਸੁਣਿਆ, ਜ਼ੁਬਾਨ ਨਾਲ ਜੋ ਬੋਲਿਆ, ਜੋ ਪੜ੍ਹਿਆ, ਜੋ ਆਲਿਓ ਦੁਆਲਿਓਂ ਮਹਿਸੂਸ ਕੀਤਾ, ਜਿਸ ਤਰ੍ਹਾਂ ਦਾ ਵੀ ਸਾਨੂੰ ਹੋਇਆ, ਉਹਦੇ ਨਾਲ ਸਾਡੇ ਮਨ ਦੇ ਅੰਦਰ ਕਈ ਐਸੇ ਖਿਆਲ ਪ੍ਰਵੇਸ਼ ਕਰਦੇ ਆ ਸਾਡੇ ਜੀਵਨ ਅੰਦਰ, ਜਿਹੜੇ ਸਾਡੇ ਲਈ ਨੁਕਸਾਨਦੇਹ ਵੀ ਹੁੰਦੇ ਆ, ਸਾਨੂੰ ਡਿਸਟਰਬ ਵੀ ਕਰਦੇ ਆ, ਸਾਡਾ ਮਾਨਸਿਕ ਤੌਰ ਉੱਤੇ ਬੇਹੱਦ ਜ਼ਿਆਦਾ ਨੁਕਸਾਨ ਕਰਦੇ। ਉਦਾਹਰਣ ਇੱਕ ਦੇ ਰਿਹਾ ਮੈਂ ਆਮ ਜਿਹੀ, ਜਿਵੇਂ ਗਰਮੀ ਦਾ, ਸਰਦੀ ਦਾ, ਬਰਸਾਤ ਦਾ, ਧੁੱਪ ਦਾ, ਛਾਂ ਦਾ, ਭੁੱਖ ਦਾ, ਜ਼ਿਆਦਾ ਖਾ ਲੈਣ ਦਾ, ਇਹ ਸਾਰੇ ਚੀਜ਼ਾਂ ਦੇ ਇਫੈਕਟ, ਪ੍ਰਭਾਵ ਸਾਡੇ ਸਰੀਰ 'ਤੇ ਪੈਂਦੇ ਆ। ਅਸੀਂ ਬਿਮਾਰ ਕਿਉਂ ਹੁੰਦੇ ਹਾਂ? ਕਿਉਂਕਿ ਇਹਨਾਂ ਸਭ ਚੀਜ਼ਾਂ ਦਾ ਪ੍ਰਭਾਵ ਸਾਡੇ ਸਰੀਰ 'ਤੇ ਪੈਂਦਾ। ਜ਼ਿਆਦਾ ਠੰਡ ਹੋ ਗਈ, ਗਰਮੀ ਲੱਗੀ, ਜ਼ਿਆਦਾ ਤੇਹ ਲੱਗੀ, ਭੁੱਖ ਲੱਗੀ, ਜਾਂ ਸਾਨੂੰ ਸਾਡੀ ਬਾਡੀ ਨੂੰ ਕਿਸੇ ਚੀਜ਼ ਦੀ ਘਾਟ ਮਹਿਸੂਸ ਹੋਈ, ਅਤੇ ਸਰੀਰ ਜਿਹੜਾ ਸੀਗਾ ਉਹ ਆਪਣੇ ਆਪ ਹੀ ਇਫੈਕਟਿਵ ਹੋ ਗਿਆ, ਬਿਮਾਰ ਹੋਣਾ ਸ਼ੁਰੂ ਹੋ ਗਿਆ ਇਹਨਾਂ ਚੀਜ਼ਾਂ ਦੇ ਨਾਲ। ਇਸੇ ਤਰ੍ਹਾਂ ਸਾਡਾ ਜੀਵਨ ਇਕੱਲਾ ਬਾਡੀ ਕਰਕੇ ਨਹੀਂ, ਸਰੀਰ ਕਰਕੇ ਨਹੀਂ, ਸਾਡਾ ਜੀਵਨ ਦਾ ਸਭ ਤੋਂ ਜਿਹੜਾ ਅਹਿਮ ਧੁਰਾ ਉਹ ਸਾਡਾ ਮਨ ਹੈ। ਮਨ ਜੋ ਕੁਝ ਇਕੱਠਾ ਕਰਦਾ ਉਹ ਸਾਡੇ ਅੱਖਾਂ ਰਾਹੀਂ ਕਰ ਰਿਹਾ, ਕੰਨਾਂ ਰਾਹੀਂ ਕਰ ਰਿਹਾ, ਜੋ ਚਮੜੀ ਮਹਿਸੂਸ ਕਰ ਰਹੀ ਆ, ਜੋ ਬਾਹਰ ਮਾਹੌਲ ਆ, ਸਿਚੁਏਸ਼ਨ ਆ, ਜੋ ਪੜ੍ਹ ਰਹੇ ਆ, ਜੋ ਲਿਖ ਰਹੇ, ਸਭ ਕੁਝ ਇਹ ਸਾਡੇ ਗਿਆਨ ਇੰਦਰੀ ਨੂੰ ਕਹਿੰਦੇ ਨੇ। ਪੰਜਾਂ ਗਿਆਨ ਇੰਦਰੀਆਂ ਨਾਲ ਜਦੋਂ ਸਾਡੀ ਬਾਹਰ ਸਾਂਝ ਬਣਦੀ ਆ, ਜੋ ਅਸੀਂ ਇਕੱਠਾ ਕਰਦੇ ਹਾਂ ਉਹਦੇ 'ਚ ਚੰਗਾ ਵੀ ਆ, ਮਾੜਾ ਵੀ ਆ, ਹਾਨੀਕਾਰਕ ਵੀ ਆ, ਲਾਭਦਾਇਕ ਵੀ। ਜੋ ਕੁਝ ਅਸੀਂ ਇਕੱਠਾ ਕਰਦੇ ਹਾਂ ਉਹ ਸਾਡੇ ਮਨ ਦੇ ਉੱਤੇ ਪੂਰਾ ਪੂਰਾ ਅਸਰ ਕਰਦਾ। ਮੰਨ ਲਓ ਮੈਂ ਮਾੜਾ ਦੇਖ ਰਿਹਾ ਕਿਤੇ, ਉਹਦੇ ਨਾਲ ਉਹ ਜੋ ਮੈਂ ਮਾੜਾ ਦੇਖ ਰਿਹਾ ਉਹਦਾ ਇਫੈਕਟ ਮੇਰੇ ਮਨ ਉੱਤੇ ਪੈ ਰਿਹਾ, ਮੇਰੀ ਸੋਚ ਉੱਤੇ ਪੈ ਰਿਹਾ। ਮੈਂ ਕੋਈ ਮਾੜੀ ਗੱਲ ਸੁਣ ਰਿਹਾ ਤਾਂ ਉਹਦਾ ਇਫੈਕਟ ਮੇਰੇ ਮਨ ਉੱਤੇ ਬਰਾਬਰ ਪੈ ਰਿਹਾ। ਇਹਨੂੰ ਅਸੀਂ ਕਹਿੰਦੇ ਆਮ ਭਾਸ਼ਾ 'ਚ ਕਿਰਿਆ ਦੀ ਪ੍ਰਤੀਕਿਰਿਆ, ਉਹਦੀ ਐਕਸ਼ਨ ਦਾ ਰਿਐਕਸ਼ਨ ਹੋਊਗਾ। ਕਿਉਂਕਿ ਐਕਸ਼ਨ ਅਸੀਂ ਕਰ ਰਹੇ ਵੀ ਮਾੜਾ ਦੇਖ ਰਹੇ, ਉਹਦਾ ਰਿਐਕਸ਼ਨ ਵੀ ਸਾਡੇ 'ਤੇ ਹੋਊ। ਮਾੜਾ ਸੁਣ ਰਹੇ ਹਾਂ ਉਹ ਹੋਊ, ਮਾੜਾ ਖਾ ਰਹੇ ਉਹਦਾ ਹੋਊ, ਮਾੜਾ ਬੋਲ ਰਹੇ ਉਹਦਾ ਹੋਊ, ਮਾੜਾ ਪੜ੍ਹ ਰਹੇ ਉਹਦਾ ਹੋਊ। ਤਾਂ ਇਸ ਤਰ੍ਹਾਂ ਜਦੋਂ ਸਾਡਾ ਮਨ ਕਈ ਤਰ੍ਹਾਂ ਦੇ ਖਿਆਲ, ਗਿਆਨ ਇੰਦਰੀਆਂ ਰਾਹੀਂ ਜੋ ਕੁਝ ਵੀ ਇਕੱਠਾ ਕਰਦਾ, ਉਹਦੇ ਵਿੱਚ ਜੋ ਕੁਝ ਬੁਰਾ ਹੁੰਦਾ ਉਹਦਾ ਇਫੈਕਟ ਸਾਡੇ ਮਨ ਉੱਤੇ ਉਸੇ ਤਰੀਕੇ ਨਾਲ ਪੈਂਦਾ। ਇਹਨੂੰ ਅਸੀਂ ਆਮ ਭਾਸ਼ਾ 'ਚ ਕਹਿ ਦਿੰਦੇ ਜੀ ਬੰਦਾ ਮਾੜੀ ਸੰਗਤ 'ਚ ਬੈਠਦਾ ਤਾਂ ਹੀ ਇਹਦਾ ਕੰਮ ਮਾੜੇ ਨੇ। ਹੁਣ ਮਾੜੀ ਸੰਗਤ 'ਚ ਬੈਠਣ ਦਾ ਤੇ ਕੰਮ ਮਾੜੇ ਹੋਣ ਦਾ ਮਤਲਬ ਕੀ ਹੋਇਆ? ਇਹ ਹੋਇਆ ਵੀ ਉਹਦੇ 'ਤੇ ਇਫੈਕਟ ਪੈ ਰਿਹਾ ਉਹਨਾਂ ਚੀਜ਼ਾਂ ਦਾ। ਜੋ ਕੁਝ ਉਹ ਦੇਖ ਰਿਹਾ, ਜੋ ਪੜ੍ਹ ਰਿਹਾ, ਜੋ ਸੁਣ ਰਿਹਾ, ਜੋ ਬੋਲ ਰਿਹਾ, ਜਿਨ੍ਹਾਂ ਕੋਲ ਬੈਠ ਰਿਹਾ ਉਹਨਾਂ ਦਾ ਉਹ ਪ੍ਰਭਾਵ ਕਬੂਲ ਕਰ ਰਿਹਾ। ਇਸ ਢੰਗ ਦੇ ਨਾਲ ਉਹਦਾ ਕਿਰਦਾਰ ਵੀ ਉਹੋ ਜਿਹਾ ਹੀ ਬਣਦਾ ਜਾਂਦਾ। ਮਾੜੀ ਸੰਗਤ ਵਿੱਚ ਬਹਿ ਕੇ ਬੰਦਾ ਮਾੜਾ ਹੋ ਗਿਆ, ਇਹ ਸ਼ਬਦ ਅਸੀਂ ਵਰਤਦੇ, ਇਹਦਾ ਭਾਵ ਇਹ ਆ। ਤੋ ਸਾਡਾ ਮਨ ਜਦੋਂ ਮੰਦੇ ਵਿਚਾਰਾਂ ਦੀ ਸੰਗਤ ਕਰਦਾ ਗਿਆਨ ਇੰਦਰੀਆਂ ਰਾਹੀਂ, ਤੇ ਉਸੇ ਤਰ੍ਹਾਂ ਦਾ ਹੋ ਜਾਂਦਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕਿਹਾ ਬਾਣੀ ਦੇ ਅੰਦਰ, ਅਸੀਂ ਆਸਾ ਕੀ ਵਾਰ ਦਾ ਜਦੋਂ ਕੀਰਤਨ ਪਾਠ ਪੜ੍ਹਦੇ, ਸੁਣਦੇ ਤੇ ਗਾਉਂਦੇ ਹਾਂ ਤਾਂ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ ਵੀ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਵੀ ਜਿਵੇਂ ਪਾਣੀ ਦੇ ਨਾਲ ਮਿੱਟੀ ਗੁੰਨ ਕੇ ਤੇ ਉਹਦਾ ਘੜੇ ਬਣਾਉਣ ਵਾਲਾ ਘੜਾ ਬਣਾਉਂਦਾ, ਫਿਰ ਉਸੇ ਹੀ ਘੜੇ ਦੇ ਵਿੱਚ ਪਾਣੀ ਪਾ ਕੇ ਰੱਖਿਆ ਜਾਂਦਾ। ਤੇ ਇਸੇ ਢੰਗ ਦੇ ਨਾਲ ਜਿਹੜਾ ਗੁਰੂ ਹੈ ਉਹ ਗਿਆਨ ਹੈ, ਤੇ ਗਿਆਨ ਦੇ ਨਾਲ ਹੀ ਇਸ ਮਨ ਦੀ ਅਸੀਂ ਸੁਚੱਜੇ ਢੰਗ ਦੀ ਉਸਾਰੀ ਕਰਨੀ ਹੈ। ਤੇ ਇਸ ਮਨ ਰੂਪੀ ਭਾਂਡੇ ਦੇ ਅੰਦਰ ਹੀ ਅਸੀਂ ਗੁਰੂ ਦਾ ਗਿਆਨ ਟਿਕਾ ਕੇ ਰੱਖਣਾ ਹੈ ਤਾਂ ਕਿ ਉਹਨੂੰ ਅਸੀਂ ਯੂਜ਼ ਕਰ ਸਕੀਏ। ਹੁਣ ਪਾਣੀ ਤਾਂ ਜ਼ਮੀਨ ਦੇ ਵਿੱਚ ਹੁੰਦਾ, ਅਸੀਂ ਉਹਨੂੰ ਪੰਪ ਰਾਹੀਂ ਜਾਂ ਕਿਸੇ ਮੋਟਰ ਰਾਹੀਂ ਜਾਂ ਕਿਸੇ ਵੀ ਤਰੀਕੇ ਨਾਲ ਬਾਹਰ ਕੱਢਦੇ ਹਾਂ। ਅਸੀਂ ਘਰ ਦੇ ਵਿੱਚ ਇੱਕ ਬਰਤਨ ਭਰ ਕੇ ਰੱਖ ਲੈਂਦੇ ਹਾਂ, ਘੜਾ ਭਰ ਕੇ ਰੱਖ ਲੈਂਦੇ ਹਾਂ ਤਾਂ ਕਿ ਸਾਨੂੰ ਜਦੋਂ ਵੀ ਪਿਆਸ ਲੱਗੇ ਅਸੀਂ ਉਹਨੂੰ ਯੂਜ਼ ਕਰ ਸਕੀਏ। ਸਾਡੇ ਲਈ ਜਿਹੜੀ ਯੂਜ਼ ਕਰਨ ਦੀ ਚੀਜ਼ ਹੁੰਦੀ ਆ, ਉਹ ਜੋ ਕੁਝ ਸਾਡੇ ਮਨ 'ਚ ਉਹਨੂੰ ਅਸੀਂ ਫਿਰ ਅਪਲਾਈ ਕਰਦੇ ਹਾਂ, ਆਪਣੇ ਜੀਵਨ 'ਚ ਯੂਜ਼ ਕਰਦੇ ਹਾਂ। ਗੁਰੂ ਸਾਹਿਬ ਕਹਿੰਦੇ ਵੀ ਜੇ ਤੁਹਾਡੇ ਮਨ ਅੰਦਰ ਕੋਈ ਚੰਗੇ ਖਿਆਲ ਨੇ, ਗੁਰੂ ਦੀ ਮੱਤ ਹੈ, ਗੁਰੂ ਦੇ ਗੁਣ ਨੇ, ਰੱਬ ਦੇ ਪਰਮੇਸ਼ਰ ਦੇ ਗੁਣ ਨੇ,
ਤੁਸੀਂ ਆਪਣੀ ਜ਼ਿੰਦਗੀ ਵਿੱਚ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਜੇ ਤੁਸੀਂ ਭਰੇ ਹੋਏ ਨੇ ਤਾਂ। ਜੇ ਹੈ ਹੀ ਨਹੀਂ ਤੇ ਤੁਸੀਂ ਯੂਜ਼ ਕੀ ਕਰੋਗੇ? ਸੋ ਇਹ ਜਿਹੜੀ ਅਕਸਰ ਅਸੀਂ ਇਹ ਗੱਲ ਕਹਿੰਦੇ ਨਹੀਂ ਜੀ ਮੈਂ ਤਾਂ ਆਪੇ ਦੇਖ ਲੂੰਗਾ, ਜਦੋਂ ਸਿਚੁਏਸ਼ਨ ਆਊਗੀ ਮੈਂ ਆਪੇ ਹੈਂਡਲ ਕਰ ਲੂੰ, ਨਹੀਂ ਹੋਊਗੀ। ਕਿਉਂਕਿ ਅਸੀਂ ਜੋ ਕੁਝ ਇਕੱਠਾ ਕੀਤਾ ਫਿਰ ਅਸੀਂ ਉਹੀ ਕੁਝ ਵਰਤਾਂਗੇ ਨਾ। ਮੰਨ ਲਓ ਮੈਂ ਦੁਕਾਨ 'ਤੇ ਜਾਣਾ, ਮੇਰੇ ਕੋਲ ਜਿੰਨੇ ਪੈਸੇ ਨੇ ਮੈਂ ਉਹੀ ਖਰਚ ਕਰੂੰਗਾ ਨਾ, ਉਸ ਤੋਂ ਵੱਧ ਮੈਂ ਨਹੀਂ ਕਰ ਸਕਦਾ। ਜਿੰਨੀ ਮੇਰੀ ਜੇਬ ਦੇ ਵਿੱਚ ਪੈਸੇ ਨੇ ਮੈਂ ਉਸੇ ਹਿਸਾਬ ਨਾਲ ਉਹਨੂੰ ਖਰਚ ਕਰਦਾ। ਜਿਹੋ ਜਿਹੇ ਮੇਰੇ ਚੰਗੇ ਵਿਚਾਰ ਨੇ ਮੈਂ ਚੰਗੇ ਖਰਚ ਕਰੂੰਗਾ ਜੀਵਨ ਅੰਦਰ, ਜੇ ਮਾੜੇ ਨੇ ਮਾੜੇ ਖਰਚ ਕਰੂੰਗਾ। ਇਹਨੂੰ ਗੁਰੂ ਸਾਹਿਬ ਬਾਣੀ ਦੇ ਅੰਦਰ ਕਹਿੰਦੇ ਨੇ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ, ਵੀ ਜਿਹੋ ਜਿਹਾ ਮੈਂ ਆਪਣੇ ਗਿਆਨ ਇੰਦਰੀਆਂ ਰਾਹੀਂ ਜੋ ਕੁਝ ਇਕੱਠਾ ਕੀਤਾ ਉਹੀ ਮੈਂ ਵਰਤ ਰਿਹਾ। ਤੋ ਇਨਸਾਨ ਦੇ ਕਿਰਦਾਰ ਦਾ ਕਮਜ਼ੋਰ ਹੋਣਾ ਤੇ ਇਨਸਾਨ ਦਾ ਕਿਰਦਾਰ ਉੱਚਾ ਹੋ ਜਾਣਾ, ਦੋਵੇਂ ਗੱਲਾਂ ਇਸ ਗੱਲ 'ਤੇ ਡਿਪੈਂਡ ਕਰਦੀਆਂ ਨੇ, ਨਿਰਭਰ ਕਰਦੀਆਂ ਨੇ ਵੀ ਅਸੀਂ ਕੀ ਇਕੱਠਾ ਕੀਤਾ। ਗੁਰਬਾਣੀ ਸਾਡੇ ਮਨ ਦੀ ਟੁੱਟ ਭੱਜ ਨੂੰ ਦੂਰ ਕਰਦੀ ਆ, ਰੋਜ਼ ਸਾਨੂੰ ਆਪਣੇ ਮਨ ਦੀ ਸਫਾਈ ਕਰਨ ਵਾਸਤੇ ਪ੍ਰੇਰਨਾ ਕਰਦੀ ਆ। ਜੋ ਇਫੈਕਟ ਪੈਂਦੇ ਨੇ ਸਾਡੇ ਮਨ ਉੱਤੇ, ਸਾਡੀ ਸੋਚ ਉੱਤੇ, ਉਹਨਾਂ ਨੂੰ ਠੀਕ ਬੈਲੈਂਸ ਵਿੱਚ ਰੱਖਦੀ ਆ। ਗੁਰਬਾਣੀ ਦੇ ਰਾਹੀਂ ਅਸੀਂ ਇਹ ਸਿੱਖਿਆ ਲੈਣੀ ਆ ਵੀ ਅਸੀਂ ਆਪਣੇ ਮਨ ਰੂਪੀ, ਹਿਰਦੇ ਰੂਪੀ, ਜੀਵਨ ਰੂਪੀ ਘਰ ਦੀ ਰੋਜ਼ਾਨਾ ਸਫਾਈ ਕਿਵੇਂ ਕਰਨੀ, ਇਹ 'ਚੋਂ ਗੰਦਗੀ ਕਿਵੇਂ ਕੱਢਣੀ ਆ। ਜਦੋਂ ਅਸੀਂ ਬਾਣੀ ਦਾ ਪਾਠ ਕਰਦੇ ਹਾਂ, ਸਿੱਖ ਬਾਣੀ ਦਾ ਪਾਠ ਕਰਦਾ, ਭਰਤਰਿਆ ਰੂਪ ਨ ਪੇਖੈ ਨੇਤਰ, ਸੰਤ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕਉ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ਼ਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਇਹ ਸਾਰੇ ਸ਼ਬਦ ਜਿਹੜੇ ਅਸੀਂ ਪੜ੍ਹਦੇ ਹਾਂ ਗੁਰੂ ਸਾਹਿਬ ਦੇ, ਇਹ ਸਾਡੇ ਸਰੀਰ ਨੂੰ, ਸਾਡੀ ਬੋਡੀ ਨੂੰ, ਸਾਡੇ ਮਨ ਨੂੰ ਇੱਕ ਤਰ੍ਹਾਂ ਨਾਲ ਸੇਧ ਦਿੰਦੇ ਨੇ ਵੀ ਕੀ ਨਹੀਂ ਕਰਨਾ ਤੇ ਕੀ ਤੂੰ ਕਰਨਾ, ਕਿਹੜੀਆਂ ਚੀਜ਼ਾਂ ਤੇਰੇ ਲਈ ਮਾਰੂ ਨੇ, ਕਿਹੜੀਆਂ ਚੀਜ਼ਾਂ ਤੇਰੇ ਕਿਰਦਾਰ ਨੂੰ ਨੀਵਾਂ ਕਰਦੀਆਂ ਨੇ, ਤੇ ਕਿਹੜੀਆਂ ਗੱਲਾਂ ਨਾਲ ਤੇਰਾ ਕਿਰਦਾਰ ਉੱਚਾ ਹੋ ਸਕਦਾ। ਸੋ ਇਹ ਹੈ ਤੀਸਰੀ ਗੱਲ ਵੀ ਸਾਡਾ ਜੋ ਕਿਰਦਾਰ ਆ, ਸਾਡਾ ਜੋ ਜੀਵਨ ਆ, ਉਹ ਗੁਰਬਾਣੀ ਦੇ ਮੁਤਾਬਕ ਕਿਵੇਂ ਬਣ ਸਕਦਾ। ਤਾਂ ਆਪਾਂ ਤਿੰਨ ਗੱਲਾਂ ਮੁੱਢਲੇ ਰੂਪ 'ਚ ਸਮਝੀਆਂ ਨੇ ਵੀ ਗੁਰਬਾਣੀ ਕੀ ਹੈ। ਦੂਸਰੀ ਆਪਾਂ ਇਹ ਸਮਝਣ ਦਾ ਯਤਨ ਕੀਤਾ ਵੀ ਸਾਡਾ ਕਿਰਦਾਰ ਕਿਵੇਂ ਬਣਦਾ। ਔਰ ਤੀਸਰੀ ਗੱਲ ਵੀ ਅਸੀਂ ਜੇ ਉੱਚਾ ਸੁੱਚਾ ਔਰ ਸਾਫ ਸੁਥਰਾ ਕਿਰਦਾਰ ਇਨਸਾਨੀ ਸੁਭਾਅ ਵਾਲਾ ਚਾਹੁੰਦੇ ਹਾਂ ਤਾਂ ਉਹ ਗੁਰਬਾਣੀ ਦੇ ਮੁਤਾਬਕ ਅਸੀਂ ਕਿਵੇਂ ਉਹਨੂੰ ਢਾਲ ਸਕਦੇ ਹਾਂ ਔਰ ਇਹਦੀ ਲੋੜ ਸਾਡੇ ਜੀਵਨ ਅੰਦਰ ਕੀ ਹੈ। ਸਭ ਤੋਂ ਪਹਿਲੀ ਗੱਲ ਸਾਡੇ ਸਾਹਮਣੇ ਇਹ ਆਉਂਦੀ ਆ ਹੁਣ ਇਹ ਆ ਵੀ ਗੁਰਬਾਣੀ ਕੋਲੋਂ ਅਸੀਂ ਜਿਹੜੇ ਗੁਣ ਗ੍ਰਹਿਣ ਕਰਨੇ ਨੇ ਉਹ ਸਾਡੀ ਕੀ ਹੈਲਪ ਕਰਨਗੇ। ਅੱਜ ਅਸੀਂ ਵੇਖਦੇ ਹਾਂ ਇਨਸਾਨ ਨੇ ਭਾਵੇਂ ਪਦਾਰਥਕ ਤੌਰ ਉੱਤੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ, ਉਹਦੇ ਕੋਲ ਬੇਹੱਦ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੋਰਸ ਨੇ, ਉਹ ਬਹੁਤ ਸਾਰੀਆਂ ਸਹੂਲਤਾਂ ਨੂੰ ਤਕਨੀਕਾਂ ਦੇ ਰਾਹੀਂ ਹੰਢਾ ਰਿਹਾ ਹੈ ਔਰ ਖੁਸ਼ ਰਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਸਹੂਲਤਾਂ ਦੇ ਨਾਲ, ਇਸ ਪਦਾਰਥਕ ਤਰੱਕੀ ਦੇ ਨਾਲ ਮੈਂ ਆਪਣਾ ਜੀਵਨ ਜਿਹੜਾ ਉਹ ਬੇਹੱਦ ਸੁਖੀ ਕਰ ਲਵਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਜ਼ਿਆਦਾ ਮਸ਼ੱਕਤ ਘਟ ਵੀ ਗਈ ਔਰ ਮਨੁੱਖ ਜਿਹੜਾ ਵਾ ਉਹ ਸਰੀਰਕ ਤੌਰ ਉੱਤੇ ਬਹੁਤ ਸਹੂਲਤਾਂ ਦਾ ਲਾਹਾ ਵੀ ਪ੍ਰਾਪਤ ਕਰ ਰਿਹਾ। ਪਰ ਸਾਨੂੰ ਇਹ ਵੀ ਧਿਆਨ ਵਿੱਚ ਰੱਖਣ ਦੀ ਲੋੜ ਆ ਵੀ ਉਹਦਾ ਜਿਹੜਾ ਮਾਈਂਡ ਲੈਵਲ ਆ ਉਹ ਬਹੁਤ ਅਪਸੈਟ ਆ। ਬਹੁਤ ਜ਼ਿਆਦੀਆਂ ਸਹੂਲਤਾਂ ਦੇ ਵਿੱਚ ਹੁੰਦਿਆਂ ਹੋਇਆਂ ਵੀ ਉਹ ਬਹੁਤ ਭਟਕਿਆ ਹੋਇਆ, ਥੱਕਿਆ ਹੋਇਆ, ਟੁੱਟਿਆ ਹੋਇਆ, ਮਾਨਸਿਕ ਤੌਰ ਉੱਤੇ ਬੜੇ ਸੰਤਾਪ ਚੱਲ ਰਿਹਾ। ਜਿਉਂ-ਜਿਉਂ ਪਦਾਰਥਕ ਤਰੱਕੀ ਵੱਧ ਰਹੀ ਹੈ ਤਿਉਂ-ਤਿਉਂ ਮਨੁੱਖ ਦੀ ਕਰੂਰਤਾ ਵੀ ਵੱਧ ਰਹੀ ਹੈ। ਨਾਲੋਂ ਨਾਲ ਉਹਨੇ ਕੁਝ ਐਸੀਆਂ ਚੀਜ਼ਾਂ ਵੀ ਨਾਲ ਕ੍ਰੀਏਟ ਕਰ ਲਈਆਂ ਨੇ ਜਿਹੜੀਆਂ ਕਿ ਉਹਦੇ ਲਈ ਔਰ ਉਹਦੇ ਸਮਾਜ ਲਈ ਔਰ ਮਨੁੱਖਤਾ ਲਈ ਬੜੀਆਂ ਹਾਨੀਕਾਰਕ ਤੇ ਮਾਰੂ ਨੇ। ਕੋਈ ਸਮਾਂ ਸੀ ਜਦੋਂ ਕੋਈ ਜ਼ਾਲਮ ਆਦਮੀ ਤਲਵਾਰ ਲੈ ਕੇ ਬਾਹਰ ਨਿਕਲਦਾ ਤਾਂ 2-4 ਬੰਦਿਆਂ ਨੂੰ ਕਤਲ ਕਰ ਦਿੰਦਾ। 10,000 20,000 ਦੀ ਫੌਜ ਲੈ ਕੇ ਕੋਈ ਚੰਗੇਜ਼ ਖਾਂ ਵਰਗਾ, ਨਾਦਰ ਸ਼ਾਹ ਵਰਗਾ ਆਉਂਦਾ ਤਾਂ ਕਿੰਨੇ ਲੋਕਾਂ ਨੂੰ ਕਤਲ ਕਰਦਾ। ਪਰ ਅੱਜ ਸ਼ਾਇਦ ਐਸੀਆਂ ਫੌਜਾਂ ਦੀ ਲੋੜ ਬਹੁਤ ਘੱਟ ਪਵੇ। ਅੱਜ ਇੱਕ ਬਟਨ ਉੱਤੇ ਹੱਥ ਰੱਖਣ ਦੀ ਲੋੜ ਆ ਤਾਂ ਇਸ ਦੁਨੀਆ ਨੂੰ ਸੈਂਕੜੇ ਵਾਰ ਤਬਾਹ ਕੀਤਾ ਜਾ ਸਕਦਾ। ਤਾਂ ਉਹ ਹੁਣ ਇਸ ਗੱਲ ਦਾ ਤਾਂ ਕੋਈ ਅੰਦਾਜ਼ਾ ਨਹੀਂ ਕਿਹੜਾ ਸਿਰ ਫਿਰਿਆ, ਕਿਸ ਆਦਮੀ ਦੇ ਦਿਮਾਗ 'ਚ ਇਹ ਗੱਲ ਆ ਜਾਏ ਤੇ ਕੌਣ ਇਸ ਤਰ੍ਹਾਂ ਕਰੇ। ਸੋ ਮੇਰਾ ਕਹਿਣ ਦਾ ਭਾਵ ਆ ਵੀ ਸਾਧਨ ਜਿੱਥੇ ਪਦਾਰਥਕ ਤਰੱਕੀ ਆਈ ਹੈ ਇਨਸਾਨ ਦੇ ਕੋਲ, ਉੱਥੇ ਪਦਾਰਥਕ ਤੌਰ ਉੱਤੇ ਮੌਤ ਦੇ, ਦੁੱਖ ਦੇ, ਤਕਲੀਫ ਦੇ, ਜ਼ੁਲਮ ਦੇ ਸੋਰਸ ਵੀ ਵੱਧ ਗਏ ਨੇ। ਇਹ ਦੋਵੇਂ ਚੀਜ਼ਾਂ ਨਾਲ ਚੱਲਣਗੀਆਂ। ਪਰ ਜਿਹੜਾ ਧਰਮ ਆ ਜਿਹਦੀ ਅਸੀਂ ਗੱਲ ਕਰਦੇ ਹਾਂ ਵੀ ਗੁਰਬਾਣੀ ਸਾਨੂੰ ਧਰਮ ਦੀ ਸਿੱਖਿਆ ਦਿੰਦੀ ਔਰ ਉਹਦੀ ਕੀ ਲੋੜ ਆ ਸਾਨੂੰ, ਉਹਦੀ ਲੋੜ ਇਸ ਕਰਕੇ ਆ ਵੀ ਇਨਸਾਨ ਬਣਿਆ ਰਹਿ ਸਕੇ, ਉਹਦੇ ਅੰਦਰ ਜਾਨਵਰ ਨਾ ਉੱਠ ਖਲੋਵੇ, ਉਹ ਪਸ਼ੂ ਬਿਰਤੀ ਤੋਂ ਮੁਕਤ ਹੋ ਕੇ ਸਹੀ ਮਾਇਨਿਆਂ 'ਚ ਇਨਸਾਨ ਬਣ ਕੇ, ਰੱਬ ਦਾ ਬੰਦਾ ਬਣ ਕੇ ਸਾਰੀ ਮਨੁੱਖਤਾ ਨਾਲ ਪਿਆਰ ਕਰਨ ਦਾ ਜਜ਼ਬਾ ਮਨ ਅੰਦਰ ਪਾਲੀ ਰੱਖੇ। ਜਿੰਨਾ ਚਿਰ ਇਨਸਾਨ ਬਣਿਆ ਰਹੇਗਾ ਇਹ ਧਰਤੀ ਔਰ ਮਨੁੱਖੀ ਗੁਣ ਕਾਇਮ ਰਹਿਣਗੇ। ਜਦੋਂ ਵੀ ਅਸੀਂ ਵੇਖਦੇ ਹਾਂ ਸੁਸਾਇਟੀ 'ਚ, ਸਮਾਜ ਔਰ ਇਤਿਹਾਸ ਨੂੰ ਪੜ੍ਹਦੇ ਹਾਂ
ਅਸੀਂ ਮਹਿਸੂਸ ਕਰ ਸਕਦੇ ਹਾਂ ਜਦੋਂ ਵੀ ਇਨਸਾਨ ਨੇ ਆਪਣੀ ਇਨਸਾਨੀਅਤ ਦਾ ਪੱਲਾ ਛੱਡਿਆ ਉਹ ਤਬਾਹੀ ਵਾਲੇ ਪਾਸੇ ਤੁਰਿਆ। ਉਹ ਆਪ ਵੀ ਬਰਬਾਦ ਹੋਇਆ ਔਰ ਉਹਨੇ ਮਨੁੱਖਤਾ ਨੂੰ ਵੀ ਬਰਬਾਦ ਕੀਤਾ। ਰੱਬ ਦੀ ਇਹ ਸੋਹਣੀ ਕੁਦਰਤ ਨੂੰ ਉਹਨੇ ਲਹੂ ਨਾਲ ਰੰਗਿਆ, ਸਾਰੇ ਪਾਸੇ ਜ਼ਹਿਰ ਦਾ ਪਸਾਰਾ ਪਸਾਰਿਆ। ਤਾਂ ਧਰਮ ਜਿਹੜਾ ਹੈ ਉਹ ਇਨਸਾਨ ਨੂੰ ਸਹੀ ਮਾਇਨਿਆਂ ਵਿੱਚ ਕੁਦਰਤ ਦਾ ਬੰਦਾ ਬਣ ਕੇ ਜੀਣ ਦੀ ਜਾਚ ਦੱਸਦਾ। ਔਰ ਉਹਦੇ ਲਈ ਸਭ ਤੋਂ ਵੱਡੀ ਜਿਹੜੀ ਹੈਲਪ ਸਾਡੀ ਕਰਦੀ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ, ਜਿਹੜੀ ਸਾਨੂੰ ਅਲੱਗ-ਅਲੱਗ ਪਹਿਲੂਆਂ ਤੋਂ, ਵੱਖਰੇ ਵੱਖਰੇ ਵਿਸ਼ਿਆਂ ਤੋਂ ਇਹ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਵੀ ਇਨਸਾਨ ਨੇ ਇਨਸਾਨ ਕਿਵੇਂ ਬਣੇ ਰਹਿਣਾ, ਰੱਬ ਦੇ ਗੁਣ ਉਹਨੇ ਆਪਣੇ ਜੀਵਨ ਵਿੱਚ ਕਿਵੇਂ ਲੈ ਕੇ ਆਉਣੇ ਆ। ਜਿੱਥੇ ਉਹਨੇ ਆਪਣੇ ਸਰੀਰ ਦੇ ਨਿਰਵਾਹ ਲਈ ਕਿਰਤ ਵਿਰਤ ਕਰਨੀ ਆ, ਪਦਾਰਥਕ ਤਰੱਕੀ ਕਰਨੀ, ਉੱਥੇ ਉਹਨੇ ਸੰਜਮ, ਤਿਆਗ, ਸਬਰ, ਸੰਤੋਖ ਵਰਗੇ ਗੁਣ ਆਪਣੇ ਜੀਵਨ ਵਿੱਚ ਜ਼ਰੂਰ ਲੈ ਕੇ ਆਉਣੇ ਆ ਤਾਂ ਕਿ ਮਨੁੱਖਤਾ ਦਾ ਜੀਵਨ ਦਾ ਬੈਲੈਂਸ ਬਣਿਆ ਰਵੇ। ਉੱਥੇ ਉਹਨੇ ਜਿੱਥੇ ਉਹਨੇ ਆਪਣੇ ਲਈ ਕਿਰਤ ਕਰਨੀ ਉੱਥੇ ਉਹਨੇ ਵੰਡ ਕੇ ਛਕਣਾ ਤਾਂ ਕਿ ਲੋੜਵੰਦਾਂ ਦੀ ਮਦਦ ਹੁੰਦੀ ਰਹੇ, ਜੋ ਪਿੱਛੇ ਰਹਿ ਗਏ ਨੇ ਉਹਨਾਂ ਦਾ ਭਲਾ ਹੋ ਸਕੇ। ਉੱਥੇ ਉਹਨੇ ਆਪਣੇ ਜੀਵਨ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਲੈ ਕੇ ਆਉਣਾ ਤਾਂ ਕਿ ਉਹ ਦੂਸਰਿਆਂ ਲਈ ਕੁਝ ਕਰ ਗੁਜ਼ਰੇ। ਉੱਥੇ ਉਹਨੇ ਤਿਆਗ ਵਰਗੇ ਗੁਣ ਪੈਦਾ ਕਰਨੇ ਤਾਂ ਕਿ ਆਪਣੇ ਜੀਵਨ ਅੰਦਰ ਲੋਭ ਲਾਲਚ ਦੇ ਇਸ ਭਵਰ ਵਿੱਚੋਂ ਬਾਹਰ ਉਹ ਨਿਕਲ ਸਕੇ ਔਰ ਦੂਜਿਆਂ ਲਈ, ਜਿੱਥੇ ਲੋਭ ਸਾਨੂੰ ਲੁੱਟਣਾ ਸਿਖਾਉਂਦਾ, ਤਿਆਗ ਸਾਨੂੰ ਦੂਜਿਆਂ ਲਈ ਕੁਝ ਛੱਡਣਾ ਸਿਖਾਉਂਦਾ। ਇਹ ਗੁਣ ਨੇ। ਇਸੇ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹੋ ਜਿਹੇ ਕਰੈਕਟਰ ਦੀ, ਇਹੋ ਜਿਹੇ ਕਿਰਦਾਰ ਦੀ ਉਸਾਰੀ ਕਰਨ ਵਾਸਤੇ ਸਾਨੂੰ ਬਾਰ-ਬਾਰ ਜਿਹੜੀ ਹੈ ਉਹ ਪ੍ਰੇਰਨਾ ਕਰਦੀ ਆ। ਔਰ ਅਸੀਂ ਜਦੋਂ ਬੜੇ ਹੀ ਸਹਿਜ ਨਾਲ, ਬੜੇ ਸੰਜਮ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਤੇ ਮਹਿਸੂਸ ਕਰਦੇ ਹਾਂ ਕਿ ਉੱਚਾ ਸੁੱਚਾ ਮਹਾਨ ਜੀਵਨ ਜਿਨ੍ਹਾਂ ਨੇ ਜੀਵਿਆ ਹੈ ਉਹਨਾਂ ਨੇ ਆਪਣੇ ਜੀਵਨ ਦਾ ਤਜਰਬਾ ਸ਼ਬਦਾਂ ਦੇ ਰਾਹੀਂ ਸਾਡੇ ਨਾਲ ਸਾਂਝਾ ਕੀਤਾ। ਕਿਉਂਕਿ ਸ਼ਬਦ ਹੀ ਇੱਕ ਇਹੋ ਜਿਹੀ ਚੀਜ਼ ਹੁੰਦੀ ਆ ਜਿਹੜੀ ਸਾਡੇ ਮਨੋਂ ਭਾਵ ਆਪਣੇ ਜੀਵਨ ਦਾ ਤਜਰਬਾ ਦੂਸਰੇ ਨਾਲ ਇੱਕ ਸੁਰ ਸਾਂਝਾ ਕਰ ਲੈਂਦੀ ਆ। ਤਾਂ ਇਹਦੇ ਵਾਸਤੇ ਅਸੀਂ ਇਹਨੂੰ ਤਾਂ ਸ਼ਬਦ ਗੁਰੂ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਗਿਆਨ ਸਾਡੀ ਅਗਵਾਈ ਕਰਦਾ ਹੈ ਤੇ ਸ਼ਬਦ ਰਾਹੀਂ ਉਸ ਨੂੰ ਪ੍ਰਗਟ ਕੀਤਾ ਜਾਂਦਾ ਹੈ। ਔਰ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੁਦ ਹੀ ਜੋ ਰੁਤਬਾ ਦਿੰਦੀ, ਗੁਰੂ ਸਾਹਿਬ ਨੇ ਇਸ ਨੂੰ ਗੁਰੂ ਦਾ ਰੁਤਬਾ ਦਿੱਤਾ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਤਾਂ ਸ਼ਬਦ ਗੁਰੂ ਇਸ ਕਰਕੇ ਆ ਵੀ ਇਹਦੀ ਅਗਵਾਈ ਵਿੱਚ ਅਸੀਂ ਚੱਲਣਾ ਹੈ ਔਰ ਆਪਣੇ ਆਪ ਨੂੰ ਅਸੀਂ ਗੁਰਬਾਣੀ ਦੇ ਗੁਰੂ ਦੇ ਗਿਆਨ ਦੇ ਸਿੱਖ ਬਣਾ ਕੇ ਫਿਰ ਅਸੀਂ ਆਪਣੇ ਜੀਵਨ ਕਿਰਦਾਰ ਦੀ ਉਸਾਰੀ ਗੁਰਬਾਣੀ ਮੁਤਾਬਕ ਕਰਨ ਦਾ ਯਤਨ ਕਰਨਾ। ਜਿਵੇਂ ਕਿ ਸਾਡੇ ਮਹਾਨ ਪੁਰਖਿਆਂ ਨੇ ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਯਾਦ ਕਰਦੇ ਹਾਂ, ਜਿਨ੍ਹਾਂ ਦੀਆਂ ਕੁਰਬਾਨੀਆਂ, ਜਿਨ੍ਹਾਂ ਦੀ ਸੇਵਾ, ਜਿਨ੍ਹਾਂ ਦੀ ਬਹਾਦਰੀ, ਜਿਨ੍ਹਾਂ ਦੀ ਕਰਨੀ ਕਮਾਈ, ਜਿਨ੍ਹਾਂ ਦੇ ਪਰਉਪਕਾਰੀ ਜੀਵਨ ਦੀ ਆਪਾਂ ਅਕਸਰ ਹੀ ਇਤਿਹਾਸ ਵਿੱਚੋਂ ਗਾਥਾਵਾਂ ਪੜ੍ਹਦੇ ਹਾਂ। ਸੋ ਉਹ ਸਾਡੇ ਸਾਹਮਣੇ ਇੱਕ ਪ੍ਰੇਰਨਾ ਦਾ ਸਰੋਤ ਨੇ ਵੀ ਉਹਨਾਂ ਨੇ ਕਿਵੇਂ ਗੁਰਬਾਣੀ ਨੂੰ ਜੀਵਿਆ ਤੇ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਕਿਵੇਂ ਜੀ ਸਕਦੇ ਹਾਂ। ਹਾਂਜੀ, ਅਸੀਂ ਗੱਲਬਾਤ ਕਰ ਰਹੇ ਸੀਗੇ ਜਿਸ ਦੇ ਵਿੱਚ ਭਾਈ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਸਾਡੇ ਨਾਲ ਇਹ ਗੁਰਬਾਣੀ ਦੇ ਟੌਪਿਕ ਸਾਂਝੇ ਕੀਤੇ। ਜਿਵੇਂ ਕਿ ਗੁਰਬਾਣੀ ਕੀ ਹੈ, ਸਭ ਤੋਂ ਪਹਿਲਾਂ ਗੁਰਬਾਣੀ ਦਾ ਵਿਸਥਾਰ ਕੀਤਾ ਕਿ ਗੁਰਬਾਣੀ ਅਸਲ ਵਿੱਚ ਹੈ ਕੀ ਹੈ ਤੇ ਇਸ ਗੁਰਬਾਣੀ ਦੀ ਲੋੜ ਕਿਵੇਂ ਪੈਂਦੀ ਹੈ ਤੇ ਇਸ ਨੂੰ ਜ਼ਿੰਦਗੀ ਦੇ ਵਿੱਚ ਢਾਲਣ ਦਾ ਸਾਡਾ ਮਨੋਰਥ ਹੈ ਕਿ ਅਸੀਂ ਵੀ ਅਜਿਹੇ ਗੁਣ ਪ੍ਰਾਪਤ ਕਰਕੇ ਜਿਹੜੇ ਗੁਰਬਾਣੀ ਦੇ ਵਿੱਚ ਸਾਨੂੰ ਬਿਆਨ ਕਰਕੇ ਦੱਸੇ ਗਏ ਨੇ ਉਹਨਾਂ ਨੂੰ ਅਸੀਂ ਚੰਗੇਰਾ ਜੀਵਨ ਅਸੀਂ ਜ਼ਿੰਦਗੀ ਦੇ ਵਿੱਚ ਇਸ ਸਮਾਜ ਦੇ ਵਿੱਚ ਰਹਿੰਦੇ ਹੋਏ ਵਿਚਰ ਸਕਦੇ ਹਾਂ। ਸੋ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਿਹੜੇ 35 ਮਹਾਂਪੁਰਖਾਂ ਦੀ ਬਾਣੀ ਆਉਂਦੀ ਹੈ ਉਹਨਾਂ ਨੇ ਪਹਿਲਾਂ ਉਹ ਜੀਵਨ ਜਿਉਇਆ ਤੇ ਫਿਰ ਜਿਹੜਾ ਉਹ ਜੀਵਨ ਜਿਉਂ ਕੇ ਉਹ ਜਿਹੜੇ ਉਹਨਾਂ ਨੂੰ ਉਹ ਮਹਿਸੂਸ ਹੋਇਆ ਉਹ ਸਾਰੇ ਜੀਵਨ ਨੂੰ ਉਹਨਾਂ ਲਿਖਤੀ ਰੂਪ ਦੇ ਵਿੱਚ ਜਾਂ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਗੁਰਬਾਣੀ ਦੇ ਰੂਪ ਦੇ ਵਿੱਚ, ਉਹ ਸਾਡੇ ਪਾਸ ਪ੍ਰਾਪਤ ਹੈ। ਅਸੀਂ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਫਲਸਫਾ ਕੋਈ ਇਹ ਨਹੀਂ ਕਿ ਅਸੀਂ ਜਿਹੜਾ ਕਿਸੇ ਹੋਰ ਮਨੁੱਖ ਨੂੰ ਆਪਣਾ ਕੇਵਲ ਚੇਲਾ ਹੀ ਬਣਾ ਕੇ ਰੱਖਣਾ ਹੈ। ਇੱਥੇ ਤਾਂ ਇਹ ਫਲਸਫਾ ਹੈ ਕਿ ਮੇਰਾ ਹੀ ਰੂਪ ਹੋ ਜਾਵੇ। ਜਿਹੜਾ ਕੋਈ ਇਸ ਫਲਸਫੇ ਨੂੰ ਆਪਣੇ ਜੀਵਨ ਦੇ ਵਿੱਚ ਢਾਲਦਾ ਹੈ ਉਹਦੇ ਵਿੱਚ ਗੁਰੂ ਦੇ ਵਿੱਚ ਤੇ ਸਿੱਖ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਸੋ ਇਹ ਕੋਈ ਆਮ ਕਿਸੇ ਗੁਰੂ ਅਤੇ ਚੇਲੇ ਦਾ ਰਿਸ਼ਤਾ ਨਹੀਂ, ਇਹ ਤਾਂ ਕੇਵਲ ਇੱਥੇ ਇਹੀ ਰਿਸ਼ਤਾ ਬਣ ਜਾਂਦਾ ਹੈ ਕਿ ਗੁਰੂ ਅਤੇ ਚੇਲੇ ਦੇ ਵਿੱਚ ਜਾਂ ਜਿਹੜਾ ਉਸ ਫਲਸਫੇ ਨੂੰ ਧਾਰਨ ਕਰ ਲੈਂਦਾ ਉਹਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ, ਉਹ ਬਰਾਬਰ ਦਾ ਹੋ ਜਾਂਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ, ਅਸੀਂ ਇਤਿਹਾਸ ਪੜ੍ਹ ਕੇ ਦੇਖ ਲਈਏ, ਗੁਰੂ ਅੰਗਦ ਸਾਹਿਬ ਜੀ ਨੂੰ ਆਪਣਾ ਹੀ ਉਹ ਰੂਪ ਬਣਾ ਦਿੱਤਾ। ਗੁਰੂ ਅੰਗਦ ਸਾਹਿਬ ਜੀ ਵਿੱਚ ਤੇ ਗੁਰੂ ਨਾਨਕ ਸਾਹਿਬ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੀ ਇਸੇ ਤਰੀਕੇ ਦੇ ਨਾਲ ਖਾਲਸੇ ਨੂੰ
ਅਤੇ ਆਪਣੇ ਆਪ ਦੇ ਵਿੱਚ ਕੋਈ ਅੰਤਰ ਨਹੀਂ ਛੱਡਿਆ। ਸੋ ਇਹ ਸਾਰੇ ਵਿਸ਼ੇ ਤੇ ਅਸੀਂ ਵਿਚਾਰ ਕਰ ਰਹੇ ਸਾਂ, ਜਿਹਦੇ ਵਿੱਚ ਭਾਈ ਸਾਹਿਬ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਹਨਾਂ ਸਾਰੇ ਹੀ ਵਿਚਾਰ ਨੂੰ ਸਾਡੇ ਨਾਲ ਸਾਂਝਾ ਕੀਤਾ ਹੈ। ਸੋ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 15 ਭਗਤਾਂ ਦੀ ਬਾਣੀ ਹੈ, 11 ਭੱਟਾਂ ਦੀ, 3 ਗੁਰਸਿੱਖਾਂ ਦੀ ਅਤੇ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਸੋ ਕੁੱਲ ਮਿਲਾ ਕੇ 35 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸੋ ਇਸ ਸੰਬੰਧੀ ਆਪਾਂ ਹੋਰ ਭਾਈ ਸਾਹਿਬ ਜੀ ਪਾਸੋਂ ਸਰਵਣ ਕਰੀਏ ਕਿ ਗੁਰਬਾਣੀ ਸਾਡੀ ਜੀਵਨ ਜਾਚ ਹੈ, ਅਸੀਂ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਣਾ ਹੈ। ਤੇ ਇਹ ਹੀ ਇੱਕ ਗੁਰੂ ਸਾਹਿਬਾਨਾਂ ਦਾ ਸਾਨੂੰ ਦਿੱਤਾ ਹੋਇਆ ਫਲਸਫਾ ਹੈ ਕਿ ਜਿਵੇਂ ਦਾ ਜੀਵਨ ਉਹਨਾਂ ਨੇ ਜਿਉਇਆ ਉਸ ਨੂੰ ਉਹਨਾਂ ਲਿਖਤੀ ਰੂਪ ਦਿੱਤਾ, ਤੇ ਸਾਨੂੰ ਵੀ ਇਹੀ ਪ੍ਰੇਰਨਾ ਕੀਤੀ ਕਿ ਇਸ ਨੂੰ ਪੜ੍ਹੋ, ਇਸ ਨੂੰ ਗਾਵੋ, ਤਾਂ ਕਿ ਜਿਹੜੇ ਉਹ ਗੁਣ ਨੇ ਉਹ ਸਾਡੇ ਦੇ ਵਿੱਚ ਵੀ ਆ ਜਾਣ ਤੇ ਅਸੀਂ ਵੀ ਅਜਿਹਾ ਹੀ ਜੀਵਨ, ਗੁਰੂ ਸਾਹਿਬਾਨਾਂ ਵਰਗਾ ਹੀ ਜੀਵਨ ਅਸੀਂ ਜਿਉ ਸਕੀਏ ਤੇ ਸਮਾਜ ਦੇ ਵਿੱਚ ਇਹ ਸਿੱਧ ਕਰ ਸਕੀਏ ਕਿ ਇਹ ਜਿਹੜਾ ਫਲਸਫਾ ਹੈ, ਜੇ ਇਸ ਨੂੰ ਕੋਈ ਜਿਉਂਦਾ ਹੈ ਤਾਂ ਉਹਦੇ ਵਿੱਚ ਤੇ ਗੁਰੂ ਦੇ ਵਿੱਚ ਕੋਈ ਅੰਤਰ, ਕੋਈ ਭੇਦ ਨਹੀਂ ਰਹਿ ਜਾਂਦਾ। ਸੋ ਭਾਈ ਸਾਹਿਬ ਜੀ ਨੂੰ ਮੈਂ ਬੇਨਤੀ ਕਰਾਂ ਕਿ ਹੋਰ ਇਸ ਸੰਬੰਧੀ ਸਾਨੂੰ ਵਿਸਥਾਰ ਦੇ ਨਾਲ ਦੱਸੋ ਕਿ ਗੁਰਬਾਣੀ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਾਵੇਂ ਕਿਉਂਕਿ ਜਿਹੜਾ ਗੁਰੂ ਸ਼ਬਦ ਹੈ ਗੁਰਬਾਣੀ ਦੇ ਨਾਲ ਜਾਂ ਸ਼ਬਦ ਦੇ ਨਾਲ, ਇਹ ਕਿਸ ਸਮੇਂ ਜੁੜਿਆ ਤੇ ਇਹ ਗੁਰਬਾਣੀ ਜਿਹੜਾ ਸ਼ਬਦ ਹੈ, ਇਹ ਸ਼ਬਦ ਨੂੰ ਗੁਰੂ ਦੀ ਪ੍ਰਧਾਨਤਾ, ਗੁਰੂ ਦੀ ਪ੍ਰਵਾਨਗੀ ਕਿਸ ਸਮੇਂ ਪ੍ਰਾਪਤ ਹੋਈ ਸੀ? ਇਸ ਸੰਬੰਧੀ ਭਾਈ ਸਾਹਿਬ ਜੀ ਨੂੰ ਮੈਂ ਬੇਨਤੀ ਕਰਾਂ ਕਿ ਸਾਨੂੰ ਦੱਸਣ ਦੀ ਯਤਨ ਕਰਨ। ਜਦੋਂ ਤਾਂ ਅਸੀਂ ਫਿਲਾਸਫੀਕਲ ਤਰੀਕੇ ਨਾਲ ਦੇਖਦੇ ਹਾਂ ਕਿ ਸ਼ਬਦ ਕਿਵੇਂ ਗੁਰੂ ਹੋ ਸਕਦਾ ਹੈ, ਸਭ ਤੋਂ ਪਹਿਲੀ ਗੱਲ ਹੈ ਇਨਸਾਨ ਦੇ ਜੀਵਨ ਦੀ ਜਿਹੜੀ ਸਾਡਾ ਉਸਾਰੀ ਆ ਸਾਡੇ ਜੀਵਨ ਦੀ, ਉਹ ਇੱਕ ਸ਼ਬਦ ਤੋਂ ਹੀ ਹੁੰਦੀ ਆ। ਸ਼ਬਦ ਦਾ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਰੱਬੀ ਹੁਕਮ ਹੈ। ਜਿਹੜਾ ਅਸੀਂ ਓਪਨਲੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਕਹਿੰਦੇ ਹਾਂ, ਉਸ ਦਾ ਭਾਵ ਹੈ ਗੁਰੂ ਸਾਹਿਬ ਜੀ ਦਾ ਉਪਦੇਸ਼, ਜਿਸ ਦੀ ਰਹਿਨੁਮਾਈ ਵਿੱਚ ਅਸੀਂ ਚੱਲਦੇ ਹਾਂ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਟੇਟਸ, ਜੋ ਰੁਤਬਾ ਇਤਿਹਾਸਕ ਤੌਰ ਉੱਤੇ ਜੇ ਅਸੀਂ ਉਸ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਾਂਗਾ ਫਿਲਾਸਫੀਕਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸ਼ਬਦ ਗੁਰੂ ਦਾ ਕੀ ਸੰਕਲਪ ਆ। ਪਹਿਲੀ ਗੱਲ ਹੈ ਸ਼ਬਦ ਹੁਕਮ ਨੂੰ ਕਿਹਾ ਗਿਆ ਅਕਾਲ ਪੁਰਖ ਦੇ ਨੂੰ, ਉਸ ਹੁਕਮ ਨੂੰ ਜੋ ਜੀਵਿਆ ਗਿਆ, ਲਾਅ ਆਫ ਨੇਚਰ ਜਿਹਨੂੰ ਅਸੀਂ ਕਹਿੰਦੇ ਹਾਂ, ਸਾਡੇ ਗੁਰੂ ਸਾਹਿਬਾਨ, ਉਹਨਾਂ ਮਹਾਨ ਪੁਰਖਾਂ ਨੇ, ਬਾਣੀ ਰਚਣ ਵਾਲਿਆਂ ਨੇ ਜਿਵੇਂ ਉਹਨੂੰ ਆਪਣੇ ਜੀਵਨ ਵਿੱਚ ਜੀਵਿਆ, ਉਹਨੂੰ ਸਾਡੇ ਨਾਲ ਉਹਨਾਂ ਨੇ ਸਾਂਝਾ ਕੀਤਾ। ਜਿਹੋ ਜਿਹਾ ਉਹਨਾਂ ਨੇ ਕਿਰਦਾਰ ਹੰਢਾਇਆ, ਉਹ ਸਾਡੇ ਨਾਲ ਸਾਂਝਾ ਕਰ ਲਿਆ। ਉਸ ਸਚਿਆਰੇ ਕਿਰਦਾਰ ਨੂੰ ਜਦੋਂ ਉਹਨਾਂ ਸਾਡੇ ਨਾਲ ਸਾਂਝਾ ਕੀਤਾ, ਉਹ ਉਪਦੇਸ਼ ਜਿਹੜਾ ਉਹਨਾਂ ਨੇ ਦਿੱਤਾ, ਉਹਨੂੰ ਅਸੀਂ ਇਤਿਹਾਸਕ ਤੌਰ ਉੱਤੇ ਸ਼ਬਦ ਗੁਰੂ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਅੱਜ ਸਾਡੇ ਕੋਲ ਮੌਜੂਦ ਹੈ, 35 ਮਹਾਨ ਮਹਾਂਪੁਰਖਾਂ ਦੀ ਬਾਣੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਜੋ ਉਚਾਰਨ ਕੀਤੀ, ਜੋ ਉਪਦੇਸ਼ ਉਹਨਾਂ ਨੇ ਸਾਂਝਾ ਕੀਤਾ ਸਾਡੇ ਨਾਲ, ਉਹਨੂੰ ਉਹ ਇੱਕ ਪੋਥੀ ਦੇ ਵਿੱਚ ਅੰਕਿਤ ਕਰਦੇ ਗਏ। ਜਿੱਥੇ ਜਿੱਥੇ ਵੀ ਸਤਿਗੁਰੂ ਜੀ ਗਏ, ਭਗਤ ਸਾਹਿਬਾਨਾਂ ਦੀ ਮਹਾਨ ਬਾਣੀ ਜਿਹੜੀ ਸੀ, ਉਹਨਾਂ ਦੇ ਪੈਰੋਕਾਰਾਂ ਕੋਲੋਂ ਜਾਂ ਉਹਨਾਂ ਕੋਲੋਂ ਖੁਦ ਜਿਹੜੇ ਉਸ ਵੇਲੇ ਉਹਨਾਂ ਦੇ ਸਮਕਾਲੀ ਸਨ, ਜਾਂ ਉਹਨਾਂ ਦੇ ਪਰਿਵਾਰਾਂ ਕੋਲੋਂ, ਉਹਨਾਂ ਦੇ ਸੇਵਕਾਂ ਪਾਸੋਂ ਪ੍ਰਾਪਤ ਕਰਕੇ ਉਹ ਵੀ ਆਪਣੀ ਪੋਥੀ ਦੇ ਵਿੱਚ ਨਾਲ ਗੁਰੂ ਨਾਨਕ ਸਾਹਿਬ ਨੂੰ ਦਰਜ ਕਰਦੇ ਗਏ। ਜਨਮ ਸਾਖੀਆਂ ਵਿੱਚ ਇੱਕ ਘਟਨਾ ਦਾ ਜ਼ਿਕਰ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਨੂੰ ਬਖਸ਼ੀ, ਆਪਣੀ ਜਗ੍ਹਾ ਤੇ ਜੋਤ ਔਰ ਜੁਗਤ ਦੇ ਵਾਰਸ ਉਹਨਾਂ ਨੂੰ ਥਾਪਿਆ, ਤਦੋਂ ਜਨਮ ਸਾਖੀ ਵਿੱਚ ਲਿਖਿਆ, ਪੁਰਾਤਨ ਜਨਮ ਸਾਖੀ 'ਚ, ਤਿਤ ਮਹਿਲ ਜੋ ਸ਼ਬਦ ਹੁਆ। ਤਿਤ ਦਾ ਅਰਥ ਹੁੰਦਾ ਉਸ, ਮਹਿਲ ਦਾ ਅਰਥ ਹੈ ਜਿਸ ਗੁਰੂ ਨਾਨਕ ਸਾਹਿਬ ਦੇ ਕੋਲ ਜੋ ਸ਼ਬਦ ਸੀ, ਜੋ ਬਾਣੀ ਸੀ। ਤਿਤ ਮਹਿਲ ਜੋ ਸ਼ਬਦ ਹੁਆ, ਸੋ ਪੋਥੀ ਗੁਰ ਅੰਗਦ ਜੋਗ ਮਿਲੀ। ਉਹ ਪੋਥੀ ਜਿਹੜੀ ਸੀ ਬਾਣੀ ਦੀ, ਉਹ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਉਹਨਾਂ ਨੇ ਸੌਂਪ ਦਿੱਤੀ। ਬਾਣੀ ਦਾ ਇਹ ਮਹਾਨ ਖਜ਼ਾਨਾ ਗੁਰੂ ਅੰਗਦ ਸਾਹਿਬ ਦੀ ਝੋਲੀ ਪਾ ਕੇ ਉਹਨਾਂ ਨੇ ਉਹਨਾਂ ਦੀ ਪਰਿਕਰਮਾ ਕਰਕੇ ਨਮਸਕਾਰ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਭਾਈ ਸੱਤਾ ਤੇ ਬਲਵੰਡ ਜੀ ਦੀ ਇਹ ਗਵਾਹੀ, ਤਸਦੀਕ ਮੌਜੂਦ ਹੈ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਮਦੈ, ਸ਼ਹਿ ਟਿੱਕਾ ਦਿਤੋਸ ਜੀਵਦੈ। ਗੁਰੂ ਅੰਗਦ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਵਾਰਸ ਬਣੇ। ਉਹਨਾਂ ਨੇ ਆਪਣੇ 63 ਸ਼ਲੋਕ ਨਾਲ ਦਰਜ ਕੀਤੇ। ਉਹ ਬਾਣੀ ਉਹਨਾਂ ਗੁਰੂ ਅਮਰਦਾਸ ਮਹਾਰਾਜ ਨੂੰ, ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਸਾਹਿਬ, ਜਿਨ੍ਹਾਂ ਦੀ ਗਵਾਹੀ ਬਾਬਾ ਸੁੰਦਰ ਜੀ ਦੀ ਜਿਹੜੀ ਲਿਖਤ
ਗੁਰੂ ਅਮਰਦਾਸ ਮਹਾਰਾਜ ਦਾ ਉਪਦੇਸ਼ ਨੂੰ ਜੋ ਉਹਨਾਂ ਸੰਪਾਦਨ ਕੀਤਾ, ਜਿਹਨੂੰ ਅਸੀਂ ਕਹਿੰਦੇ ਹਾਂ ਰਾਮ ਕਲੀ ਰਾਗ ਦੇ ਵਿੱਚ ਸਦ ਬਾਣੀ, ਉਸ ਵਿੱਚ ਉਹ ਜ਼ਿਕਰ ਕਰਦੇ ਨੇ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਰਾਮਦਾਸ ਜੀ ਨੂੰ ਗੁਰੂ ਦੇ ਸ਼ਬਦ ਦਾ ਨਿਸ਼ਾਨ ਰੂਪੀ ਤਿਲਕ ਦਿੱਤਾ। ਤਿਲਕ ਦਾ ਭਾਵ ਹੈ ਕਿ ਜਿਵੇਂ ਆਮ ਤੌਰ ਉੱਤੇ ਭਾਰਤੀ ਕਲਚਰ ਤੇ ਸੱਭਿਅਤਾ ਦੇ ਵਿੱਚ ਕਿਸੇ ਨੂੰ ਜੇਤੂ ਅੰਦਾਜ਼ ਵਿੱਚ ਮੱਥੇ ਦੇ ਉੱਤੇ ਤਿਲਕ ਲਾਇਆ ਜਾਂਦਾ ਸੀ। ਚੰਦਨ ਦਾ ਜਾਂ ਕੇਸਰ ਦਾ ਇਤਿਆਦਿਕ ਤਿਲਕ ਲਾਉਣ ਦਾ ਰਿਵਾਜ ਸੀ, ਜਾਂ ਕਿਸੇ ਰੰਗ ਦਾ ਤਿਲਕ ਲਾਉਣ ਦਾ ਰਿਵਾਜ ਸੀ। ਕੋਈ ਸ਼ਗਨ ਵਿਹਾਰ ਕਰਨਾ ਹੋਵੇ ਤੇ ਮੱਥੇ ਦੇ ਉੱਤੇ ਇੱਕ ਤਿਲਕ ਲਾਇਆ ਜਾਂਦਾ ਸੀ, ਉਹਨੂੰ ਲਿਲਾਟ ਮੱਥੇ ਦੇ ਉੱਤੇ ਤਿਲਕ ਲਾਉਣਾ ਕਹਿੰਦੇ ਸਨ। ਦੋਵਾਂ ਅੱਖਾਂ ਦੇ ਵਿਚਕਾਰ ਨੱਕ ਦੀ ਉੱਪਰਲੀ ਸੇਧ ਉੱਤੇ ਮੱਥੇ ਦੇ ਉੱਤੇ, ਉਹ ਪ੍ਰਤੀਕ ਹੈ ਇੱਕ ਤਿਲਕ। ਉੱਥੇ ਸੱਤਾ ਬਲਵੰਡ ਜੀ ਉੱਥੇ ਕਹਿੰਦੇ ਨੇ, ਬਾਬਾ ਸੁੰਦਰ ਜੀ ਕਹਿੰਦੇ ਨੇ, ਰਾਮਦਾਸ ਸੋਢੀ ਤਿਲਕ ਦੀਆ। ਕਿਹੜਾ ਤਿਲਕ ਦੀਆ? ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਗੁਰੂ ਦੇ ਸੱਚੇ ਸ਼ਬਦ ਦਾ ਨਿਸ਼ਾਨ ਰੂਪੀ ਪਰਵਾਨਾ ਰੂਪੀ ਤਿਲਕ ਦੇ ਦਿੱਤਾ। ਭਾਵ ਕਿ ਉਹਨਾਂ ਨੂੰ ਅਥੈਂਟਿਕ ਬਣਾ ਦਿੱਤਾ, ਆਪਣੇ ਸ਼ਬਦ ਦੀ ਦਾਤ ਦੇ ਕੇ, ਆਪਣਾ ਉਪਦੇਸ਼ ਦੇ ਕੇ ਉਹਨਾਂ ਨੂੰ ਇਸ ਯੋਗ ਕਾਬਿਲ ਕਰ ਦਿੱਤਾ ਕਿ ਅੱਜ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਜਗ੍ਹਾ ਦੇ ਉੱਤੇ ਸੁਭਾਇਮਾਨ ਹੋ ਗਏ। ਸੋ ਇਹ ਗਵਾਹੀਆਂ ਨੇ ਸਾਡੇ ਕੋਲ। ਗੁਰੂ ਅਰਜਨ ਸਾਹਿਬ ਜੀ ਆਪਣੀ ਬਾਣੀ 'ਚ ਕਹਿੰਦੇ ਨੇ, ਜੋ ਮੈਂ ਪਹਿਲਾਂ ਪ੍ਰਮਾਣ ਸਾਂਝਾ ਕੀਤਾ ਉਹਦੇ ਵਿੱਚ ਉਹ ਕਹਿੰਦੇ ਨੇ ਵੀ ਹਮ ਧਨਵੰਤ ਭਾਗੜ ਸਚ ਨਾਏ, ਹਰ ਗੁਣ ਗਾਵੇਂ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਇਹ ਇਸ਼ਾਰਾ ਉਹਨਾਂ ਦਾ ਸਿੱਧੇ ਰੂਪ ਵਿੱਚ ਬਾਣੀ ਵਾਲੇ ਪਾਸੇ ਹੈ। ਸੋ ਇਵੇਂ ਉਹਨਾਂ ਦੇ ਕੋਲ ਜੋ ਬਾਣੀ ਪਹੁੰਚੀ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵਿਚਾਰ ਕੀਤਾ ਵੀ ਇਸ ਬਾਣੀ ਨੂੰ ਇੱਕ ਤਰਤੀਬ ਦੇ ਮੁਤਾਬਕ ਇੱਕ ਪੋਥੀ ਦੇ ਸ਼ਕਲ ਦੇ ਵਿੱਚ ਲਿਖਿਆ ਜਾਣਾ ਚਾਹੀਦਾ ਹੈ। ਯਾਦ ਰਹੇ, ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਤੱਕ ਜੋ ਗੁਰਬਾਣੀ ਹੈ ਉਹ ਪੋਥੀਆਂ ਦੇ ਰੂਪ ਵਿੱਚ ਸੀ। ਉਹਨੂੰ ਇੱਕ ਜਗ੍ਹਾ ਦੇ ਉੱਤੇ ਸੰਪਾਦਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਕੀਤਾ। ਉਹ ਕਹਿ ਲਓ ਵੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸੰਪਾਦਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ, ਤੇ ਉਹਨਾਂ ਨੇ 1604 ਈਸਵੀ ਦੇ ਵਿੱਚ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ, ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਬਹੁਤ ਉੱਘੇ ਵਿਦਵਾਨ ਔਰ ਗੁਰਮਤਿ ਦੇ ਗਿਆਤਾ ਔਰ ਬੜੇ ਮਹਾਨ ਪਰਉਪਕਾਰੀ ਗੁਰਸਿੱਖ ਸੇਵਾਦਾਰ ਹੋਏ, ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਰਾਮਸਰ ਦੇ ਅਸਥਾਨ 'ਤੇ ਉਹਨਾਂ ਨੇ ਉਹ ਬੀੜ ਸੰਕਲਨ ਕੀਤੀ। ਗੁਰੂ ਅਰਜਨ ਸਾਹਿਬ ਦੇ ਸਮੇਂ ਤੱਕ ਇਹਨੂੰ ਪੋਥੀ ਸਾਹਿਬ ਹੀ ਕਿਹਾ ਜਾਂਦਾ ਸੀ। ਇਸ ਪੋਥੀ ਨੂੰ ਬਾਅਦ ਵਿੱਚ ਗ੍ਰੰਥ ਕਿਹਾ ਜਾਣ ਲੱਗਿਆ। ਪੋਥੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਵਰਤਿਆ ਗਿਆ। ਪੋਥੀ ਪੁਰਾਣ ਕਮਾਈ ਹੈ, ਹਮ ਕੋ ਚਾਵਨ ਮੂੰਡ ਪਲੋਸ, ਕਮਰ ਬੰਦ ਪੋਥੀ, ਹਮ ਕੋ ਚਾਵਨ ਉਨ ਕੋ ਰੋਟੀ। ਤਾਂ ਉਹ ਪੋਥੀ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਦੇ ਵਿੱਚ ਕਰਨ ਦਾ ਵੀ ਭਾਵ ਹੈ। ਗੁਰੂ ਸਾਹਿਬ ਨੇ ਦਰਬਾਰ ਸਾਹਿਬ ਦੀ ਉਸਾਰੀ ਕਰ ਲਈ ਸੀ। ਉਹਦੇ ਵਿੱਚ ਮਹਾਰਾਜ ਨੇ ਆਪਣਾ ਆਪ ਆਸਣ ਜਾਂ ਦੀਵਾਨ ਨਹੀਂ ਸੀ ਸਜਾਇਆ। ਉੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਬਾਣੀ ਦਾ ਹੀ ਪ੍ਰਕਾਸ਼ ਕੀਤਾ ਸੀ, ਕਿਉਂਕਿ ਗੁਰੂ ਸਾਹਿਬ ਦਾ ਪ੍ਰਯੋਜਨ ਹੀ ਇਹ ਸੀ। ਉਹਨਾਂ ਨੇ ਪ੍ਰੋਪਰ ਇੱਕ ਤਰੀਕੇ ਦੇ ਨਾਲ ਇੱਕ ਏਮ ਮਿੱਥ ਕੇ ਸਾਰਾ ਕੁਝ ਵੈਲ ਪਲੈਨਡ ਕੀਤਾ ਸੀਗਾ। ਜਦੋਂ ਉਹਨਾਂ ਨੇ ਪੋਥੀ ਸਾਹਿਬ ਦਾ ਪ੍ਰਕਾਸ਼ ਉਸ ਵਿੱਚ ਕਰ ਦਿੱਤਾ ਤਾਂ ਇਸ ਦਾ ਭਾਵ ਸੀ ਵੀ ਸਿੱਖ ਲਈ ਸਭ ਤੋਂ ਉੱਤਮ ਚੀਜ਼ ਜਿਹੜੀ ਆ ਉਹ ਇਹ ਉਪਦੇਸ਼ ਹੈ ਜੋ ਗੁਰੂ ਸਾਹਿਬਾਨ ਭਗਤਾਂ ਮਹਾਂਪੁਰਖਾਂ ਦਾ ਦਿੱਤਾ ਹੋਇਆ। ਤਾਂ ਸਿੱਖ ਇਸ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਤੇ ਧੁਰਾ ਬਣਾਏ। ਜਿਸ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪੋਥੀ ਸਾਹਿਬ ਦਾ ਪ੍ਰਕਾਸ਼ ਉੱਥੇ ਕਰ ਦਿੱਤਾ, ਸਿੱਖ ਵਾਸਤੇ ਜਿਹੜਾ ਮੁੱਖ ਨਿਸ਼ਾਨਾ ਸੀ ਉਹ ਬਾਣੀ ਨੂੰ ਬਣਾ ਦਿੱਤਾ ਗਿਆ। ਤੋ ਇਸ ਢੰਗ ਦੇ ਨਾਲ ਇਹ ਇੱਕ ਪ੍ਰੋਸੈਸ ਇਤਿਹਾਸਕ ਤੌਰ ਉੱਤੇ ਚੱਲਦਾ ਰਿਹਾ ਵੀ ਗੁਰੂ ਸਾਹਿਬ ਸਾਡੇ ਜੀਵਨ ਵਿੱਚ ਜੋ ਸ਼ਬਦ ਦੀ, ਜੋ ਉਪਦੇਸ਼ ਦੀ ਅਹਿਮੀਅਤ ਆ, ਉਹਨੂੰ ਟਿਕਾਉਣ ਤੇ ਕਾਇਮ ਕਰਨ ਵਾਸਤੇ ਜੋ ਯਤਨ ਉਹਨਾਂ ਨੇ ਆਰੰਭ ਕੀਤਾ ਸੀਗਾ, ਉਸ ਨੂੰ ਹੌਲੀ ਹੌਲੀ ਉਹ ਇੱਕ ਰੂਪ, ਇੱਕ ਸ਼ਕਲ ਦਿੰਦੇ ਗਏ। ਤੇ ਸਮਾਂ ਪਾ ਕੇ ਨੌਵੇਂ ਪਾਤਸ਼ਾਹ ਦੀ ਬਾਣੀ ਇਸ ਵਿੱਚ ਸ਼ਾਮਲ ਕਰਕੇ, ਸੰਪਾਦਨ ਕਰਕੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਜ਼ਾਹਰਾ ਰੂਪ ਵਿੱਚ ਗੁਰੂ ਦਾ ਰੁਤਬਾ ਦੇ ਕੇ ਗੱਲ ਕਹੀ ਕਿ ਸਿੱਖ ਸ਼ਖਸੀ ਰੂਪ ਵਿੱਚ ਇੱਕ ਪੰਥਕ ਜੁਗਤ ਨਾਲ ਵਿਚਰੇਗਾ ਤੇ ਸਿੱਖ ਜਿਹੜੀ ਸੇਧ ਲਵੇਗਾ ਪੰਥ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਤੋਂ ਲਵੇਗਾ। ਇਸ ਕਰਕੇ ਹੁਣ ਅੱਜ ਦੇ ਅਜੋਕੇ ਸਮੇਂ ਦੇ ਅੰਦਰ ਸਾਨੂੰ ਹੁਣ ਜਦੋਂ ਅਸੀਂ ਦੂਸਰੇ ਧਰਮਾਂ ਮਤਾਂ ਵੱਲ ਵੇਖਦੇ ਹੋ ਵੀ ਆਪਣੇ ਧਰਮ ਗ੍ਰੰਥਾਂ ਦਾ ਆਪਣੇ ਆਪਣੇ ਤਰੀਕੇ ਨਾਲ ਰਿਸਪੈਕਟ ਤੇ ਸਤਿਕਾਰ ਕਰਦੇ ਨੇ। ਕੋਈ ਬਾਈਬਲ ਦੀ ਕਰ ਰਿਹਾ, ਕੁਰਾਨ ਸ਼ਰੀਫ ਦੀ ਹੋ ਰਹੀ ਆ, ਕੋਈ ਵੇਦਾਂ ਦੀ ਕਰ ਰਿਹਾ, ਕੋਈ ਉਪਨਿਸ਼ਦਾਂ ਦੀ ਕਰ ਰਿਹਾ,
ਕੋਈ ਕਿਸੇ ਢੰਗ ਨਾਲ ਬੋਧੀ ਆਪਣੇ ਤ੍ਰੈ ਪਿਟਕ ਉਹਨਾਂ ਦੇ ਗ੍ਰੰਥ ਨੇ ਉਹਨਾਂ ਦੀ ਕਰ ਰਿਹਾ। ਪਰ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਮਹਿਜ਼ ਕੋਈ ਗ੍ਰੰਥ ਹੀ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੁਰੂ ਸ਼ਬਦ ਜੁੜਿਆ ਹੋਇਆ। ਗੁਰੂ ਦਾ ਅਰਥ ਹੁੰਦਾ ਵਾ ਵੀ ਇਹ ਤੁਹਾਡੀ ਜ਼ਿੰਦਗੀ ਦੇ ਅੰਦਰ ਇੱਕ ਟੀਚਰ ਦੀ, ਇੱਕ ਰਹਿਨੁਮਾ ਦੀ ਹੈਸੀਅਤ ਰੱਖਦਾ। ਆਮ ਤੌਰ ਤੇ ਧਰਮ ਗ੍ਰੰਥਾਂ ਨਾਲ ਇੱਕ ਗੱਲ ਜੁੜੀ ਹੁੰਦੀ ਵੀ ਇਹਨਾਂ ਨੂੰ ਪੜ੍ਹ ਲਓ, ਬਹੁਤ ਵੱਡਾ ਪੁੰਨ ਹੋਏਗਾ, ਤੁਸੀਂ ਪੜ੍ਹ ਲਓਗੇ ਤੁਹਾਨੂੰ ਮੁਕਤੀ ਮਿਲੇਗੀ, ਰੱਬ ਤੁਹਾਡੇ ਤੇ ਬਖਸ਼ਿਸ਼ਾਂ ਕਰ ਦੇਗਾ, ਇਵੇਂ ਹੋਏਗਾ ਉਵੇਂ। ਪਰ ਇੱਥੇ ਜਿਹੜੀ ਗੱਲ ਆ ਉਹ ਇੱਥੇ ਕੇਵਲ ਜਿਵੇਂ ਕਿ ਆਮ ਤੌਰ ਤੇ ਧਰਮ ਗ੍ਰੰਥਾਂ ਨਾਲ ਇੱਕ ਅੰਧ ਵਿਸ਼ਵਾਸ ਦੀ ਗੱਲ ਵੀ ਜੁੜ ਜਾਂਦੀ ਆ, ਪਰ ਇੱਥੇ ਉਹ ਨਹੀਂ। ਜਦੋਂ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ, ਸਾਰੀ ਦੁਨੀਆ ਦੇ ਧਰਮ ਗ੍ਰੰਥਾਂ ਦੀ ਫਿਲਾਸਫੀ ਤੋਂ ਹਟਵੀਂ ਗੱਲ ਆਏ। ਉਹਦਾ ਭਾਵ ਇਹ ਹੋ ਜਾਂਦਾ ਵੀ ਗੁਰੂ ਗ੍ਰੰਥ ਸਾਹਿਬ ਤੁਹਾਡੇ ਲਈ ਮਹਿਜ਼ ਪੂਜਾ ਦੀ ਚੀਜ਼ ਨਹੀਂ ਰਹਿ ਗਈ। ਗੁਰੂ ਗ੍ਰੰਥ ਸਾਹਿਬ ਦਾ ਤੁਹਾਡੀ ਜ਼ਿੰਦਗੀ ਦੇ ਹਰ ਪਹਿਲੂ ਦੇ ਵਿੱਚ ਪੂਰੀ ਦਖਲਅੰਦਾਜ਼ੀ ਹੋਊਗੀ। ਉਹਦੇ ਹਰ ਇੱਕ ਸਿਧਾਂਤ ਨੂੰ ਤੁਸੀਂ ਆਪਣੇ ਜੀਵਨ ਉੱਤੇ ਅਪਲਾਈ ਕਰੋਗੇ। ਉਹਦੇ ਵਿੱਚ ਦੱਸੀ ਗਈ ਜੁਗਤ ਨੂੰ ਤੁਸੀਂ ਅਪਣਾਓਗੇ। ਉਹਦੇ ਵਿੱਚ ਜਿਹੜਾ ਰਾਹ ਰਸਤਾ ਸਾਨੂੰ ਦਿੱਤਾ ਗਿਆ ਉਸ ਦੇ ਮੁਤਾਬਕ ਅਸੀਂ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕਰਾਂਗੇ ਤਾਂ ਗੁਰਬਾਣੀ ਦਾ ਸਾਡੇ ਜੀਵਨ ਵਿੱਚ ਪੂਰਾ ਇੱਕ ਅਹਿਮ ਰੋਲ ਹੋਵੇ। ਅਸੀਂ ਆਪਣਾ ਕਿਰਦਾਰ ਗੁਰਬਾਣੀ ਮੁਤਾਬਕ ਬਣਾਉਣ ਦੇ ਆਹਰ ਤੇ ਯਤਨ ਵਿੱਚ ਲੱਗੀਏ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਟੇਟਸ, ਜੋ ਰੁਤਬਾ ਹੈ, ਉਹ ਅਸੀਂ ਜਦੋਂ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਵੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਏ, ਤਾਂ ਇਸ ਦਾ ਭਾਵ ਹੈ ਕਿ ਅਕਾਲ ਪੁਰਖ ਦੇ ਗੁਣਾਂ ਨਾਲ ਭਰੀ ਹੋਈ, ਅਕਾਲ ਪੁਰਖ ਦੀ ਸਿੱਖਿਆ, ਅਕਾਲ ਪੁਰਖ ਦਾ ਹੁਕਮ, ਅਕਾਲ ਪੁਰਖ ਦਾ ਨਾਮ, ਅਕਾਲ ਪੁਰਖ ਦੀ ਹੋਂਦ ਨੂੰ ਦ੍ਰਿੜ ਕਰਵਾਉਣ ਵਾਲੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ, ਇਹ ਅਕਾਲ ਪੁਰਖ ਦਾ ਹੀ ਇੱਕ ਸਰਗੁਣ ਸਰੂਪ ਹੈ। ਕਿਉਂਕਿ ਇਹਦੇ ਰਾਹੀਂ ਅਸੀਂ ਸੱਚ ਨੂੰ ਪਾਉਣਾ ਹੈ, ਇਹਦੇ ਰਾਹੀਂ ਅਸੀਂ ਸੱਚ ਦੇ ਰਾਹ 'ਤੇ ਤੁਰਨਾ, ਸੱਚ ਨੂੰ ਸਮਝਣਾ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਸਿੱਖ ਦੇ ਜੀਵਨ ਵਿੱਚ ਹੈ, ਉਹਦਾ ਇੱਕ ਏਡਾ ਵੱਡਾ ਰੁਤਬਾ, ਜਿਹਨੂੰ ਗੁਰਬਾਣੀ ਦੇ ਵਿੱਚੋਂ ਅਸੀਂ ਪੜ੍ਹਦੇ ਪੋਥੀ ਪਰਮੇਸ਼ਰ ਕਾ ਥਾਨ, ਵੀ ਅਕਾਲ ਪੁਰਖ ਦਾ ਵਾਸ ਉਪਦੇਸ਼ ਦੇ ਰਾਹੀਂ ਤੁਹਾਡੇ ਹਿਰਦੇ ਦੇ ਵਿੱਚ ਹੋਏਗਾ। ਭਾਵ ਤੁਸੀਂ ਉਹਨੂੰ ਅਨੁਭਵ, ਉਹਨੂੰ ਮਹਿਸੂਸ, ਉਹਨੂੰ ਆਪਣੇ ਜੀਵਨ ਦੇ ਅੰਦਰ ਉਹਦੇ ਗੁਣਾਂ ਨੂੰ ਅਪਲਾਈ ਕਰਨਾ, ਤਾਂ ਸੇਧ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਹੀ ਪ੍ਰਾਪਤ ਕਰਨੀ ਹੋਵੇਗੀ। ਜਿਵੇਂ ਆਪ ਜੀ ਨੇ ਵਿਚਾਰ ਕੀਤੀ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪੋਥੀ, ਜਾਣੀ ਕਿ ਆਪਣੀ ਜਿੰਨੀ ਵੀ ਲਿਖਤ ਸੀਗੀ ਗੁਰਬਾਣੀ ਦੀ, ਉਹ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਤੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਸੌਂਪੀ। ਸੋ ਇੱਕ ਮੇਰਾ ਸਵਾਲ ਹੈ ਕਿ ਜਿਹੜੀਆਂ ਉਹ ਪੋਥੀਆਂ ਗੁਰੂ ਸਾਹਿਬਾਨ ਜੀ ਨੇ ਲਿਖੀਆਂ ਸਨ, ਉਹ ਸਾਡੇ ਪਾਸ ਇਤਿਹਾਸ ਖੜੇ ਹੈ ਇਸ ਸਾਡੇ ਕਿਸੇ ਲਾਇਬ੍ਰੇਰੀ ਦੇ ਵਿੱਚ ਮੌਜੂਦ ਜਾਂ ਉਹ ਨਹੀਂ? ਉਹਨਾਂ ਜਦੋਂ ਗੁਰੂ ਸਾਹਿਬ ਜੀ ਨੇ ਪੋਥੀ ਇੱਕ ਪ੍ਰੋਪਰ ਉਹਦਾ ਸੰਪਾਦਨ ਕਰਕੇ ਉਹਨੂੰ ਅੱਜ ਦੇ ਅਜੋਕੇ ਸਮੇਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਉਹਨੂੰ ਪ੍ਰਕਾਸ਼ ਕੀਤਾ ਸੀਗਾ, ਪੋਥੀ ਸਾਹਿਬ ਦੇ ਰੂਪ ਵਿੱਚ ਦਰਬਾਰ ਸਾਹਿਬ ਵਿੱਚ, ਤਾਂ ਜਿਹੜੀਆਂ ਪੁਰਾਣੀਆਂ ਪੋਥੀਆਂ ਸਨ ਉਹਨਾਂ ਦਾ ਕੋਈ ਵੀ ਇਤਿਹਾਸਕ ਤੌਰ ਉੱਤੇ ਸਾਡੇ ਕੋਲ ਅਜੇ ਤੱਕ ਕੋਈ ਖਾਸ ਸਬੂਤ ਜਾਂ ਉਹਨਾਂ ਦਾ ਕੋਈ ਉਤਾਰਾ ਪ੍ਰਾਪਤ ਨਹੀਂ ਹੋ ਸਕਿਆ। ਹਾਂ, ਇੱਕ ਮੈਂ ਗੱਲ ਦਾ ਜ਼ਿਕਰ ਜ਼ਰੂਰ ਕਰਦਾ ਵੀ ਕੁਝ ਗੱਲਾਂ ਸਾਡੇ ਵਿੱਚ ਐਸੀਆਂ ਪ੍ਰਚਲਿਤ ਕਰ ਦਿੱਤੀਆਂ ਗਈਆਂ ਨੇ ਵੀ ਉਹ ਪੋਥੀਆਂ ਜੀ ਫਲਾਨੀ ਜਗ੍ਹਾ 'ਤੇ ਨੇ, ਉਹ ਫਲਾਨੀ ਜਗ੍ਹਾ 'ਤੇ ਨੇ, ਪਰ ਜਿਹੜੇ ਘੋਖਣ ਵਾਲੇ, ਜਿਹੜੇ ਇਤਿਹਾਸਕ ਖੋਜੀ ਨੇ ਜਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਜਾਂ ਇਹਨਾਂ ਚੀਜ਼ਾਂ ਦਾ ਅਧਿਐਨ ਕਰਨ ਵਾਲੇ ਬਾਣੀ ਦੇ ਖੋਜੀ ਨੇ, ਭਾਸ਼ਾ ਵਿਗਿਆਨੀ ਨੇ, ਉਹਨਾਂ ਨੇ ਗੱਲ ਸਿੱਧ ਕਰ ਦਿੱਤੀ ਆ ਵੀ ਸਾਨੂੰ ਐਸੀਆਂ ਕੋਈ ਪੋਥੀਆਂ ਪ੍ਰਾਪਤ ਨਹੀਂ ਹੋਈਆਂ ਜਿਹੜੀਆਂ ਪੋਥੀਆਂ ਨੂੰ ਅਸੀਂ ਕਹਿ ਸਕੀਏ ਵੀ ਇਹ ਅਥੈਂਟਿਕ ਨੇ ਤੇ ਇਹਨਾਂ ਤੋਂ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਆ ਉਹ ਉਤਾਰੀ ਗਈ। ਇਵੇਂ ਪ੍ਰਤੀਤ ਹੁੰਦਾ ਵੀ ਉਹ ਪੋਥੀਆਂ ਸ਼ਾਇਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਰੱਖਣ ਦੀ ਜ਼ਰੂਰਤ ਨਾ ਸਮਝੀ ਹੋਵੇ। ਕਾਰਨ ਇਹ ਵੀ ਜਦੋਂ ਗੁਰੂ ਸਾਹਿਬ ਜੀ ਨੇ ਇੱਕ ਪਰਫੈਕਟ ਚੀਜ਼ ਸਾਡੇ ਸਾਹਮਣੇ ਪੂਰਾ ਸੰਪਾਦਨ ਕਰਕੇ ਬਣਾ ਦਿੱਤੀ, ਤਾਂ ਉਹਨਾਂ ਚੀਜ਼ਾਂ ਨੂੰ ਰੱਖਣ ਦੀ ਗੁਰੂ ਸਾਹਿਬ ਜੀ ਨੂੰ ਲੋੜ ਮਹਿਸੂਸ ਨਾ ਹੋਈ। ਉਹ ਇਸ ਕਰਕੇ ਸ਼ਾਇਦ ਨਾ ਹੋਈ ਵੀ ਕੱਲ੍ਹ ਨੂੰ ਕੋਈ ਰੋਲ ਘਚੋਲਾ ਐਸਾ ਆਉਣ ਵਾਲੇ ਸਮੇਂ 'ਚ ਖੜਾ ਨਾ ਹੋਵੇ ਵੀ ਫਿਰ ਇਸ ਦੇ ਹਿੱਸੇ ਜਾਂ ਇਹਦੇ ਭਾਗ ਬਣ ਜਾਣ। ਤਾਂ ਜੋ ਇਹਨਾਂ ਨੂੰ ਚੀਜ਼ ਪ੍ਰੋਪਰ ਬਣਾ ਕੇ ਪੂਰੀ ਤਿਆਰ ਕਰਕੇ ਦਿੱਤੀ ਜਾ ਰਹੀ ਹੈ, ਉਸੇ ਦੇ ਉੱਤੇ ਹੀ ਇਹ ਡਿਪੈਂਡ ਹੋਣ, ਉਸੇ 'ਤੇ ਹੀ ਇਹ ਨਿਰਭਰ ਕਰਨ, ਉਸੇ 'ਤੇ ਸਟੈਂਡ ਕਰਨ। ਇਸ ਕਰਕੇ ਜੋ ਪੋਥੀ ਸਾਹਿਬ, ਜਿਹਨੂੰ ਅੱਜ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂ, ਇਹੀ ਸਾਡੇ ਕੋਲ ਗੁਰੂ ਸਾਹਿਬ ਜੀ ਦੀ ਆਪਣੀ ਅਥੈਂਟਿਕ ਔਰ ਪਰਫੈਕਟ ਬਾਣੀ ਹੈ, ਜਿਹਨੂੰ ਅਸੀਂ ਗੁਰੂ ਰੂਪ ਵਿੱਚ ਮੰਨਦੇ ਹਾਂ। ਸੋ ਇਸ ਦਾ ਭਾਵ ਗੁਰੂ ਅਰਜਨ ਸਾਹਿਬ ਜੀ ਨੇ ਮੋਹਰ ਲਾ ਕੇ ਜਾਂ ਪੰਕਤੀਆਂ ਦੀ ਗਿਣਤੀ ਕਰਕੇ ਪੂਰਨ ਤੌਰ ਤੇ ਉਹ ਜਿਹੜੀ ਬਾਣੀ ਸੀ ਉਹਨੂੰ ਸੁਰੱਖਿਅਤ ਕਰ ਦਿੱਤਾ, ਤਾਂ ਕਿ ਉਹਦੇ ਵਿੱਚ ਕੋਈ ਵਾਧ ਘਾਟ ਜਾਂ ਕੋਈ ਇੱਧਰ ਉੱਧਰ ਅਫੜਾ ਦਫੜੀ ਨਾ ਮਚਾ ਸਕੇ। ਤੇ ਨਾਲ ਹੀ ਜਿਹੜੀਆਂ ਪੋਥੀਆਂ ਸਨ ਉਹਨਾਂ ਬਾਰੇ ਵੀ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਇਹ ਗੁਰੂ ਸਾਹਿਬ ਜੀ ਮਹਾਰਾਜ ਦੀ ਸੋਚ ਜਿਹੜੀ ਹੋ ਸਕਦੀ ਹੈ ਕਿ ਕੋਈ ਰਲ ਗੱਡ ਨਾ ਕਰ ਸਕੇ।
ਸੋ ਨਾਲ ਹੀ ਮੈਂ ਇੱਕ ਹੋਰ ਵੀ ਮੇਰੇ ਮਨ ਦੇ ਵਿੱਚ ਸਵਾਲ ਆ ਰਿਹਾ ਸੀ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੂ। ਇਹ ਆਪ ਜੀ ਨੇ ਪ੍ਰਸੰਗ ਅੱਜ ਸ਼ੁਰੂ ਕੀਤਾ ਹੋਇਆ ਹੈ ਹਾਂਜੀ ਕਿ ਗੁਰੂ ਸਾਹਿਬ ਜੀ ਨੇ ਉਹ ਪ੍ਰੈਕਟੀਕਲੀ ਰੂਪ ਦੇ ਵਿੱਚ ਪਹਿਲਾਂ ਉਹ ਜੀਵਨ ਆਪਣੀ ਜ਼ਿੰਦਗੀ ਦੇ ਵਿੱਚ ਜਿਉਇਆ ਤੇ ਫਿਰ ਉਸ ਨੂੰ ਲਿਖਤ ਰੂਪ ਦੇ ਵਿੱਚ ਲਿਖਿਆ। ਸੋ ਇਹਨਾਂ ਪੰਕਤੀਆਂ ਦੇ ਵਿੱਚ ਆਪ ਜੀ ਥੋੜਾ ਹੋਰ ਵਿਸਥਾਰ ਕਰ ਦੇਵੋ ਤਾਂ ਕਿ ਚੰਗੀ ਤਰ੍ਹਾਂ ਇਹਨਾਂ ਦਾ ਜਿਹੜਾ ਸਮਝ ਲੱਗ ਸਕੇ ਕਿ ਜੈਸੀ ਮੈਂ ਆਵੇ ਜਾਂ ਆਪੋ ਬੋਲਣਾ ਜਾਣਦਾ ਸਭ ਕਹਿਆ ਹੁਕਮ ਆਓ ਜੀਓ। ਸੋ ਇਸ ਸੰਬੰਧੀ ਸਾਨੂੰ ਥੋੜੀ ਹੋਰ ਜਾਣਕਾਰੀ ਦਿੱਤੀ ਜਾਵੇ। ਇਸ ਵਿੱਚ ਜਿਹੜੀ ਖਾਸ ਸਮਝਣ ਵਾਲੀ ਗੱਲ ਆ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦੱਸੀ ਗਈ ਆ ਉਹ ਇਹ ਹੈ ਵੀ ਅਕਾਲ ਪੁਰਖ ਦੇ ਗੁਣਾਂ ਨਾਲ, ਅਕਾਲ ਪੁਰਖ ਦੀ ਹੋਂਦ ਨਾਲ ਆਪਣੇ ਮਨ ਨੂੰ ਸੁਰਤ ਨੂੰ ਇੱਕ ਸੁਰ ਕਰਕੇ ਜੋ ਗੁਰੂ ਸਾਹਿਬਾਨ, ਜੋ ਭਗਤ ਸਾਹਿਬਾਨਾਂ ਨੇ ਜੋ ਆਪਣੇ ਜੀਵਨ ਦਾ ਲੈਵਲ ਉੱਚਾ ਕੀਤਾ, ਮਤਲਬ ਸੱਚ ਰੂਪ ਹੋ ਗਏ, ਜਿਹਨੂੰ ਅਸੀਂ ਕਹਿੰਦੇ ਰੱਬ ਰੂਪ ਹੋ ਜਾਣਾ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਜਦੋਂ ਉਹ ਸਚਿਆਰਾ ਜੀਵਨ ਉਹਨਾਂ ਦਾ ਬਣ ਗਿਆ, ਉਹਨਾਂ ਦੇ ਅੰਦਰ ਉਹ ਸੱਚ ਦਾ ਇਨਕਲਾਬ ਫੁੱਟਿਆ, ਜਿਹਨੂੰ ਭਗਤ ਕਹਿੰਦੇ ਨੇ। ਭਗਤ ਦਾ ਅਰਥ ਇਨਕਲਾਬੀ ਪੁਰਖ ਤੋਂ ਹੁੰਦਾ। ਤਾਂ ਜਿਹੜਾ ਰੂਹਾਨੀ ਇਨਕਲਾਬ, ਆਤਮਿਕ ਇਨਕਲਾਬ ਦਾ ਮਾਲਕ ਬਣ ਜਾਵੇ। ਸੋ ਐਸਾ ਜਦੋਂ ਉਹਨਾਂ ਨੇ ਉਚੇਰਾ ਜੀਵਨ ਸੱਚ ਨਾਲ, ਰੱਬ ਨਾਲ, ਕਰਤੇ ਪੁਰਖ ਨਾਲ, ਅਕਾਲ ਪੁਰਖ ਨਾਲ ਇੱਕ ਸੁਰ ਹੋ ਕੇ ਪ੍ਰਾਪਤ ਕਰ ਲਿਆ ਤਾਂ ਉਹ ਹੁਕਮਾਓ ਦਾ ਅਰਥ ਆ ਉਹ ਲਾਅ ਆਫ ਨੇਚਰ ਵੀ ਉਹਨਾਂ ਨੇ ਇਹ ਜੀਵਨ ਕਿਵੇਂ ਹੰਢਾਇਆ। ਜਿਵੇਂ ਭੱਟ ਸਾਹਿਬਾਨ ਇੱਕ ਪੰਕਤੀ ਕਹਿੰਦੇ ਨੇ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਮਨ ਹੋ ਕੇ ਤਨ ਮਨ ਧਨ ਭਾਵ ਆਪਣਾ ਸਾਰਾ ਕੁਝ ਸਮਰਪਿਤ ਕਰਕੇ ਸੱਚ ਨੂੰ, ਆਪਣਾ ਸਾਰਾ ਕੁਝ ਉਸ ਨੂੰ ਸਮਰਪਿਤ ਕਰਕੇ ਉਸ ਸੱਚ ਨੂੰ, ਰੱਬ ਨੂੰ ਆਪਣੇ ਜੀਵਨ ਵਿੱਚ ਜੀਵਿਆ ਤੇ ਹੰਢਾਇਆ। ਸੋ ਉਹ ਜਿਹੜੀ ਉਹਨਾਂ ਨੇ ਅਵਸਥਾ, ਉਹਨਾਂ ਨੇ ਜਿਹੜਾ ਲੈਵਲ ਜੀਵਨ ਦਾ ਪ੍ਰਾਪਤ ਕੀਤਾ, ਜੋ ਉਹਨਾਂ ਨੇ ਮਹਿਸੂਸ ਕੀਤਾ ਕਿ ਜ਼ਿੰਦਗੀ, ਇਹ ਜੀਵਨ ਬੜਾ ਹੀ ਸ਼ਾਨਦਾਰ, ਉਚੇਰਾ ਤੇ ਵਧੀਆ ਬਣ ਸਕਦਾ ਸਚਿਆਰੇ ਹੋ ਕੇ, ਤਾਂ ਉਹਦੇ ਵਾਸਤੇ ਉਹਨਾਂ ਨੇ ਸਾਨੂੰ ਜਿੱਥੇ ਉਹ ਸਚਿਆਰੀ ਅਵਸਥਾ ਪ੍ਰਾਪਤ ਕਰਨ ਦੀ ਤਕਨੀਕ ਜਿਹੜੀ ਸੀ, ਜੁਗਤ ਜਿਹੜੀ ਸੀ, ਆਪਣੇ ਸ਼ਬਦਾਂ ਰਾਹੀਂ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ, ਬਿਆਨ ਕੀਤੀ। ਉੱਥੇ ਉਹਨਾਂ ਨੇ ਕੁਝ ਚੀਜ਼ਾਂ ਦਾ ਇਵੇਂ ਵੀ ਜ਼ਿਕਰ ਕੀਤਾ ਵੀ ਇਹਨਾਂ ਚੀਜ਼ਾਂ ਤੋਂ, ਰੁਕਾਵਟਾਂ ਤੋਂ ਤੁਸੀਂ ਬਚਣਾ। ਆਹ ਰੁਕਾਵਟਾਂ ਤੁਹਾਡੀ ਜ਼ਿੰਦਗੀ 'ਚ ਆਉਂਦੀਆਂ ਨੇ। ਇਨਸਾਨ ਦੇ ਜੀਵਨ ਉੱਤੇ ਬੁਰਿਆਈ ਦਾ ਗਲਬਾ ਤਦੋਂ ਪੈਂਦਾ ਜਦੋਂ ਇਹਨਾਂ ਚੀਜ਼ਾਂ 'ਚ ਉਲਝ ਜਾਂਦਾ। ਮੰਨ ਲਓ ਵਿਕਾਰ ਨੇ, ਕੁਝ ਤ੍ਰਿਸ਼ਨਾ, ਕੁਝ ਮਾਨਸਿਕ, ਕੁਝ ਆਤਮਿਕ ਉਲਝਣਾਂ ਨੇ, ਜਿਨ੍ਹਾਂ ਨੂੰ ਅਸੀਂ ਵਿਕਾਰ ਕਹਿੰਦੇ ਹਾਂ, ਵੀ ਇਹ ਖੜੀਆਂ ਹੁੰਦੀਆਂ ਨੇ। ਇਹਨਾਂ ਦੇ ਵਿੱਚ ਕਿਵੇਂ ਇਨਸਾਨ ਫਸਦਾ, ਕਿਵੇਂ ਇਹਨਾਂ ਤੋਂ ਉਹਨੂੰ ਬਚਣਾ ਚਾਹੀਦਾ, ਇਹ ਇੱਕ ਜੁਗਤ, ਇੱਕ ਪ੍ਰੋਸੈਸ ਆ ਜਿਹੜਾ ਕਿ ਇਨਸਾਨ ਨੇ ਆਪਣੇ ਜੀਵਨ 'ਚ ਕਰਨਾ ਹੁੰਦਾ, ਜਿਹਨੂੰ ਅਸੀਂ ਧਰਮ ਦੀ ਕਮਾਈ ਕਹਿੰਦੇ, ਜਿਹਨੂੰ ਅਸੀਂ ਕਰਨੀ ਕਹਿੰਦੇ ਹਾਂ, ਜਿਹਨੂੰ ਅਸੀਂ ਭਗਤ ਹੋਣਾ ਕਹਿੰਦੇ ਹਾਂ। ਤਾਂ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ, ਇੱਕ ਪ੍ਰੋਸੈਸ ਆ। ਭਾਵੇਂ ਕਿ ਅਜੋਕੇ ਸਮੇਂ ਵਿੱਚ ਲੋਕ ਲੱਗ ਪਏ ਨੇ ਇਹਨੂੰ ਡਿਗਰੀਆਂ ਦੇ ਤੌਰ 'ਤੇ ਵਰਤਣ, ਜਾਂ ਗਿਣਤੀਆਂ ਮਿਣਤੀਆਂ ਕਰਨ ਲੱਗ ਗਏ, ਜਾਂ ਇਹਦੇ ਨਾਮ ਦੇ ਉੱਤੇ ਕਈ ਤਰ੍ਹਾਂ ਦੇ ਲੋਕਾਂ ਨੇ ਆਪਣੇ ਪ੍ਰਪੰਚ ਵੀ ਰਚ ਲਏ ਨੇ। ਪਰ ਬੇਸਿਕਲੀ ਜੇ ਆਪਾਂ ਸੋਚੀਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਸਿੱਖ ਵਾਸਤੇ ਇੱਕ ਪ੍ਰੋਸੈਸ ਹੈ, ਇੱਕ ਕਮਾਈ ਕਰਨ ਦਾ ਤਰੀਕਾ ਵੀ ਉਹਨੂੰ ਕਮਾਉਣਾ, ਉਹਨੂੰ ਆਪਣੇ ਜੀਵਨ ਵਿੱਚ ਉਹਨੂੰ ਅਪਲਾਈ ਕਰਨਾ। ਤਾਂ ਜਿੱਥੇ ਗੁਰੂ ਸਾਹਿਬ ਨੇ ਸਚਿਆਰਾ ਜੀਵਨ ਪ੍ਰਾਪਤ ਕਰਨ ਦੀ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਤਕਨੀਕ ਦੱਸੀ ਆ। ਨਾਲ ਉਹਨਾਂ ਨੇ ਅਵੇਅਰ ਕੀਤਾ, ਸੁਚੇਤ ਵੀ ਕੀਤਾ, ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ। ਆ ਵਿਕਾਰ ਨੇ, ਉਲਝਣਾਂ ਨੇ, ਆਤਮਿਕ ਮਾਨਸਿਕ ਤੌਰ 'ਤੇ ਗਿਰਾਵਟਾਂ ਨੇ, ਇਹ ਨਹੀਂ ਤੇਰੇ ਜੀਵਨ 'ਚ ਆਉਣੀਆਂ ਚਾਹੀਦੀਆਂ। ਇਹਨਾਂ ਤੋਂ ਤੂੰ ਇਵੇਂ ਬਚ ਸਕਦਾ, ਔਰ ਸੰਸਾਰ ਕਿਵੇਂ ਇਹਨਾਂ 'ਚ ਫਸ ਰਿਹਾ। ਇਹ ਸਾਰੀ ਇੱਕ ਸਮੁੱਚੀ ਜਿਹੜੀ ਵਾਰਤਾ ਗੁਰੂ ਸਾਹਿਬ ਨੇ ਆਪਣੇ ਜੀਵਨ ਤਜਰਬੇ ਦੀ ਗੱਲ ਉਹਨਾਂ ਨੇ ਸ਼ਬਦਾਂ ਰਾਹੀਂ ਸਾਡੇ ਨਾਲ ਸਾਂਝੀ ਕਰ ਲਈ। ਤੋ ਹੁਕਮਾਓ ਦਾ ਅਰਥ ਆ ਲਾਅ ਆਫ ਨੇਚਰ, ਕੁਦਰਤ ਦੇ ਨੇਮ, ਰੱਬ ਦੀ ਜੋ ਰਜ਼ਾ ਹੈ, ਰੱਬ ਦਾ ਜੋ ਭਾਣਾ ਹੈ, ਰੱਬ ਦਾ ਇਹ ਬਣਾਇਆ ਹੋਇਆ ਸੰਸਾਰ ਆ, ਇਹ ਕਿਵੇਂ ਚੱਲ ਰਿਹਾ, ਇਹਦੇ 'ਚ ਕਿਸ ਤਰ੍ਹਾਂ ਦਾ ਸਭ ਕੁਝ ਕ੍ਰੀਏਟ ਹੋ ਰਿਹਾ, ਟੁੱਟ ਭੱਜ ਹੋ ਰਹੀ ਆ, ਇਹਦੇ 'ਚ ਚੰਗੇ ਬਣਨ ਦਾ ਤੇ ਬੁਰੇ ਬਣਨ ਦੇ ਕਿਵੇਂ ਦੋ ਇੱਕ ਮਾਰਗ ਨੇ, ਚੰਗਿਆਈਆਂ ਬੁਰਿਆਈਆਂ, ਵਾਚਾ ਧਰਮ ਹਦੂਰ। ਤੇ ਇਹਨਾਂ ਨੂੰ ਅਸੀਂ ਦੋਵਾਂ ਤਕਨੀਕਾਂ ਨੂੰ ਸਮਝਣਾ, ਤਾਂ ਹੀ ਅਸੀਂ ਬੁਰਿਆਈ ਦੇ ਰਸਤੇ ਤੋਂ ਸੁਚੇਤ ਰਵਾਂਗੇ ਤੇ ਚੰਗਿਆਈ ਦੇ ਰਸਤੇ ਦੇ ਉੱਤੇ ਅਸੀਂ ਬੜੀ ਦ੍ਰਿੜਤਾ ਦੇ ਨਾਲ ਪੈਰ ਪੁੱਟ ਸਕਾਂਗੇ, ਕਿਉਂਕਿ ਸਾਨੂੰ ਦੋਵਾਂ ਪਾਸਿਆਂ ਤੋਂ ਗੁਰੂ ਸਾਹਿਬ ਨੇ ਚੰਗੀ ਤਰ੍ਹਾਂ ਜਾਣੂ ਕਰਵਾ ਕੇ ਸੁਚੇਤ ਕਰ ਦਿੱਤਾ। ਸੋ ਹੁਕਮਾਓ ਦਾ ਅਰਥ ਆ, ਜਦੋਂ ਅਸੀਂ ਬਾਣੀ 'ਚ ਨਾ ਇੱਕ ਗੱਲ ਪੜ੍ਹਦੇ ਹਾਂ, ਕਈ ਜਗ੍ਹਾ ਦੇ ਉੱਤੇ ਐਸਾ ਹੁੰਦਾ, ਜਿਵੇਂ ਭਾਣੇ ਉਜੜ ਭਾਣੇ ਰਾਹਾ, ਭਾਣੇ ਹਰ ਗੁਣ ਗੁਰਮੁਖਾ ਵਾਹਾ, ਭਾਣੇ ਭਰਮ ਭਵੈ ਬਹੁ ਜੂਨੀ। ਤਾਂ ਇਹ ਐਸੀਆਂ ਜਦੋਂ ਅਸੀਂ ਪੰਕਤੀਆਂ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ, ਸਭ ਕਿਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ।
ਤਾਂ ਕਈ ਵਾਰ ਸਾਡੀ ਸੁਰਤ ਵਿੱਚ, ਸਾਡੇ ਮਨ 'ਚ ਨਾ ਇਹ ਖਿਆਲ ਆਉਂਦਾ, ਇੱਕ ਤਰ੍ਹਾਂ ਦਾ ਸਵਾਲ ਪੈਦਾ ਹੋ ਜਾਂਦਾ ਵੀ ਇਹ ਕਿਸ ਤਰ੍ਹਾਂ ਦੀ ਗੱਲ ਹੋਈ। ਮੂਰਖ ਵੀ ਰੱਬ ਦੇ ਭਾਣੇ 'ਚ ਆ, ਸਿਆਣਾ ਵੀ ਰੱਬ ਦੇ ਭਾਣੇ 'ਚ ਆ, ਅਤੇ ਭਾਣੇ 'ਚ ਹੀ ਲੋਕ ਉਜੜੇ ਪੈ ਰਹੇ ਗਲਤ ਰਾਹ, ਅਤੇ ਭਾਣੇ 'ਚ ਹੀ ਲੋਕ ਠੀਕ ਰਾਹ 'ਤੇ। ਇਹਦਾ ਕੀ ਮਤਲਬ ਆ? ਭਾਣੇ ਦਾ ਅਰਥ ਅਸੀਂ ਜਦੋਂ ਅਸੀਂ, ਕਿਉਂਕਿ ਗੁਰੂ ਸਾਹਿਬ ਨੇ ਜ਼ੋਰ ਦਿੱਤਾ ਭਾਣੇ 'ਤੇ, ਰਜ਼ਾ 'ਤੇ, ਹੁਕਮ 'ਤੇ, ਤਾਂ ਉਹਦਾ ਭਾਣੇ ਦਾ ਅਰਥ ਆ ਵੀ ਇੱਕ ਲਾਅ, ਇੱਕ ਨਿਯਮ ਆ। ਜਿਹੜੇ ਨਿਯਮਾਂ ਨੂੰ ਕੋਈ ਫੋਲੋ ਕਰਦਾ ਉਹ ਮੂਰਖ ਹੋ ਜਾਂਦਾ। ਉਹੀ ਨਿਯਮ ਨੇ ਜਿਨ੍ਹਾਂ ਨੂੰ ਕੋਈ ਫੋਲੋ ਕਰਦਾ ਸਿਆਣਪ ਵਾਲੇ ਪਾਸੇ ਤੁਰ ਪੈਂਦਾ। ਇੱਕ ਨਿਯਮ ਨੇ ਕੁਦਰਤ ਦੇ ਅੰਦਰ ਜਿਹੜੇ ਸਾਨੂੰ ਚੰਗਿਆਈ ਵਾਲੇ ਪਾਸੇ ਵੀ ਲੈ ਜਾਂਦੇ, ਬੁਰਿਆਈ ਵਾਲੇ ਪਾਸੇ ਵੀ ਲੈ ਜਾਂਦੇ। ਚੰਗਾ ਜਾਂ ਮੰਦਾ ਕਰੈਕਟਰ ਦੋਵਾਂ ਤਰ੍ਹਾਂ ਦਾ ਇੱਕ ਨਿਯਮ ਨਾਲ ਹੀ ਬਣਦਾ। ਕਿਉਂ ਬੁਰਾਈ ਨੂੰ ਕਮਾਉਣ ਦਾ ਵੀ ਇੱਕ ਪ੍ਰੋਸੈਸ ਆ, ਅਤੇ ਚੰਗਿਆਈ ਨੂੰ ਕਮਾਉਣ ਦਾ ਵੀ ਇੱਕ ਪ੍ਰੋਸੈਸ ਆ। ਤਾਂ ਜਿਹੜੇ ਰਾਹ 'ਤੇ ਅਸੀਂ ਤੁਰ ਪੈਂਦੇ ਹਾਂ, ਫਿਰ ਉਸੇ ਤਰ੍ਹਾਂ ਦਾ ਸਾਡਾ ਪ੍ਰੋਸੈਸ, ਸਾਡੀ ਮਿਹਨਤ ਹੁੰਦੀ ਜਾਂਦੀ ਹੈ, ਅਤੇ ਅਸੀਂ ਉਹੋ ਜਿਹੇ ਬਣ ਜਾਂਦੇ ਹਾਂ। ਜਿਵੇਂ ਸੱਚ ਬੋਲਣ ਵਾਸਤੇ, ਚੰਗੀ ਗੱਲ ਕਰਨ ਵਾਸਤੇ ਵੀ ਸਾਨੂੰ ਡਿਵੈਲਪਮੈਂਟ ਕਰਨੀ ਪੈਂਦੀ ਹੈ ਆਪਣੇ ਜੀਵਨ 'ਚ। ਤਾਂ ਮੰਦਾ ਕਰੈਕਟਰ ਜਦੋਂ ਅਸੀਂ ਬਣਾਉਂਦੇ ਤਾਂ ਉਹਦੇ ਲਈ ਵੀ ਇੱਕ ਡਿਵੈਲਪਮੈਂਟ ਸਾਨੂੰ ਆਪਣੇ ਆਪ 'ਚ ਕਰਨੀ ਪੈਂਦੀ ਆ। ਤਾਂ ਇਹ ਦੋਵੇਂ ਤਰ੍ਹਾਂ ਦੇ ਇੱਕ ਪ੍ਰੋਸੈਸ ਨੇ, ਇੱਕ ਯਤਨ ਨੇ, ਇੱਕ ਕਮਾਈ ਹੈ, ਇੱਕ ਕਰਨੀ ਆ। ਤੋ ਗੁਰੂ ਸਾਹਿਬ ਜਦੋਂ, ਹੁਣ ਧਾਰਮਿਕ ਜੀਵਨ ਦੀ ਖਾਸੀਅਤ ਇਹ ਆ ਵੀ ਧਾਰਮਿਕ ਜੀਵਨ ਜਿਹੜਾ ਹੈ ਉਹ ਅਧਾਰਮਿਕ, ਜਿਹੜਾ ਕਿ ਧਾਰਮਿਕ ਨਹੀਂ ਹੈ, ਉਹ ਉਸ ਨਾਲ ਨਫ਼ਰਤ ਨਹੀਂ ਕਰਦਾ। ਉਹ ਉਸ ਬੁਰਿਆਈ ਤੋਂ ਆਪ ਮੁਕਤ ਹੁੰਦਾ ਵਾ। ਜਿਵੇਂ ਅਸੀਂ ਬਾਣੀ 'ਚ ਪੰਕਤੀ ਪੜ੍ਹਦੇ ਹਾਂ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਰ। ਅਧਾਰਮਿਕ ਆਦਮੀ ਨਾਲ ਨਫ਼ਰਤ ਕਰ ਸਕਦਾ, ਕਿਉਂਕਿ ਉਹਦਾ ਕਰੈਕਟਰ ਆ। ਧਾਰਮਿਕ ਆਦਮੀ ਨਫ਼ਰਤ ਨਹੀਂ ਕਰ ਸਕਦਾ, ਇਹ ਉਹਦਾ ਕਰੈਕਟਰ ਨਹੀਂ, ਕਿਉਂਕਿ ਉਹਦੇ ਕਰੈਕਟਰ ਵਿੱਚ ਨਫ਼ਰਤ ਨਹੀਂ ਹੈ। ਉਹ ਉਸ ਬੁਰੇ ਆਦਮੀ ਨਾਲ ਵੀ ਚੰਗਾ ਸਲੂਕ ਕਰੇਗਾ, ਉਹਨੂੰ ਬਦਲਣ ਦੀ ਕੋਸ਼ਿਸ਼ ਤਾਂ ਕਰ ਸਕਦਾ, ਉਹਨੂੰ ਸਮਝਾਉਣ ਦਾ ਆਹ ਕਰ ਸਕਦਾ, ਪਰ ਉਹਦੇ ਨਾਲ ਨਫ਼ਰਤ ਨਹੀਂ ਕਰ ਸਕਦਾ। ਕਿਉਂਕਿ ਜੇ ਡਾਕਟਰ ਬਿਮਾਰ ਨਾਲ ਨਫ਼ਰਤ ਕਰੇਗਾ ਤਾਂ ਉਹਦਾ ਇਲਾਜ ਕੌਣ ਕਰੇਗਾ? ਜੇ ਮੂਰਖ ਨਾਲ ਸਿਆਣਾ ਨਫ਼ਰਤ ਕਰੇਗਾ ਤਾਂ ਮੂਰਖ ਨੂੰ ਸਮਝਾਏਗਾ ਕੌਣ? ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਇਹ ਵੀ ਇੱਕ ਧਾਰਮਿਕ ਜੀਵਨ, ਇਹ ਇੱਕ ਲੈਵਲ ਆ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰ-ਬਾਰ ਇਹ ਗੱਲ ਕਹਿੰਦੀ ਆ ਵੀ ਬੁਰੇ ਨਾਲ ਵੀ ਧਾਰਮਿਕ ਆਦਮੀ, ਨੇਕ ਧਰਮੀ ਬੰਦਾ ਜਿਹੜਾ, ਉਹ ਭਲਾਈ ਕਰਨ ਦਾ ਯਤਨ ਕਰਦਾ ਤਾਂ ਕਿ ਉਹਨੂੰ ਚੰਗੇ ਰਾਹ ਦੇ ਉੱਤੇ ਲਿਆਂਦਾ ਜਾ ਸਕੇ। ਸੋ ਇਹ ਜਿਹੜਾ ਸਵਾਲ ਆਪ ਜੀ ਨੇ ਨਾਲ ਹੀ ਸਵਾਲ ਕੀਤਾ ਤੇ ਉਹਦਾ ਜਵਾਬ ਦਿੱਤਾ। ਬਹੁਤ ਵਾਰੀ ਸਾਡੇ ਮਨ ਦੇ ਵਿੱਚ ਆਉਂਦਾ ਕਿ ਪ੍ਰਮਾਤਮਾ ਉਹ ਸ਼ਾਇਦ ਬਾਂਹ ਫੜ ਕੇ ਕਿਸੇ ਨੂੰ ਮੂਰਖ ਬਣਾਉਂਦਾ ਜਾਂ ਕਿਸੇ ਨੂੰ ਸਿਆਣਾ ਬਣਾਉਂਦਾ। ਉਹਦਾ ਜਵਾਬ ਭਾਈ ਸਾਹਿਬ ਜੀ ਨੇ ਬੜੇ ਵਧੀਆ ਤਰੀਕੇ ਨਾਲ ਦਿੱਤਾ ਕਿ ਹੁਕਮ ਦੇ ਵਿੱਚ, ਭਾਣੇ ਦੇ ਵਿੱਚ ਰਹਿੰਦਿਆਂ ਹੋਇਆਂ ਉਹਨੇ ਭਾਵ ਕਿ ਪ੍ਰਮਾਤਮਾ ਦੇ ਇੱਥੇ ਨਿਯਮ, ਹੁਕਮ ਉਹ ਵਰਤ ਰਿਹਾ ਹੈ, ਕਿ ਜਿਸ ਤਰੀਕੇ ਦੇ ਨਾਲ ਕੋਈ ਉਸ ਭਾਣ ਨੂੰ ਫੋਲੋ ਕਰਦਾ ਹੈ, ਉਸ ਲਾਅ ਦੇ ਵਿੱਚ ਰਹਿੰਦਿਆਂ ਹੋਇਆਂ, ਉਸ ਨਿਯਮ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਸਿਆਣਾ ਹੀ ਬਣ ਸਕਦਾ ਹੈ ਤੇ ਮੂਰਖ ਹੀ ਬਣ ਸਕਦਾ ਹੈ। ਸੋ ਉਸ ਨੂੰ ਬੁੱਧੀ ਦਿੱਤੀ ਹੋਈ ਹੈ ਤੇ ਬੁੱਧੀ ਦੇ ਆਧਾਰ ਤੇ ਉਹਦੇ ਕੋਲ ਚੋਇਸ ਆ ਕਿ ਉਹ ਮੂਰਖ ਵੀ ਬਣ ਸਕਦਾ ਹੈ, ਸਿਆਣਾ ਹੀ ਬਣ ਸਕਦਾ ਹੈ। ਇਹ ਵੀ ਪ੍ਰਮਾਤਮਾ ਤੇ ਕਈ ਵਾਰੀ ਅਸੀਂ ਦੋਸ਼ ਜਾਂ ਜਿਹੜੀ ਅਸੀਂ ਸ਼ਕਤੀ ਮੰਨਦੇ ਹਾਂ, ਅਸੀਂ ਇਹ ਸਮਝ ਲੈਂਦੇ ਹਾਂ ਕਿ ਸਾਨੂੰ ਕੋਈ ਜਿਹੜਾ ਪ੍ਰਮਾਤਮਾ ਦੂਜੇ ਕਿਸੇ ਗ੍ਰਹਿ ਤੇ ਬੈਠਾ ਉਹ ਉਦੇਸ਼ ਦੇ ਰਿਹਾ ਹੈ ਕਿ ਤੂੰ ਸਿਆਣਾ ਹੈ, ਤੂੰ ਮੂਰਖ ਬਣ ਜਾ, ਜਾਂ ਇਸ ਤਰੀਕੇ ਦੇ ਸਾਡੇ ਮਨ ਦੇ ਵਿੱਚ ਕਈ ਵਾਰੀ ਵਹਿਮ ਭਰਮ ਪੈ ਜਾਂਦੇ। ਸੋ ਉਸ ਸੰਬੰਧੀ ਭਾਈ ਸਾਹਿਬ ਨੇ ਸਾਨੂੰ ਖੁਲਾਸਾ ਕਰਕੇ ਦੱਸਿਆ ਹੈ। ਸੋ ਆਓ, ਸਟੂਡੀਓ ਦੀ ਘੜੀ ਦੇ ਤਕਰੀਬਨ 6 ਵੱਜ ਚੁੱਕੇ ਨੇ। ਸੋ ਅੱਜ ਦਾ ਜਿਹੜਾ ਟੌਪਿਕ ਸੀ, ਇਸ ਸੰਬੰਧੀ ਭਾਈ ਹਰਜਿੰਦਰ ਸਿੰਘ ਜੀ ਸਭਰਾ ਹੋਰਾਂ ਨੇ ਬੜੇ ਵਿਸਥਾਰ ਦੇ ਨਾਲ ਸਾਨੂੰ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਗੁਰਬਾਣੀ ਕੀ ਹੈ, ਗੁਰਬਾਣੀ ਨੂੰ ਜਿਉਣਾ, ਜੀਵਨ ਜਾਚ, ਤੇ ਗੁਰਬਾਣੀ ਨੂੰ ਜਿਹੜੀ ਇਤਿਹਾਸਿਕ ਤੌਰ ਤੇ ਭਾਈ ਸਾਹਿਬ ਜੀ ਨੇ ਸਾਨੂੰ ਵਿਚਾਰ ਸਾਂਝੀ ਕਰਵਾਈ ਹੈ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਸੰਪਾਦਨਾ ਜਾਂ ਪੋਥੀਆਂ ਦੇ ਰੂਪ ਦੇ ਵਿੱਚ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਜਾਂ ਉਹਨਾਂ ਤੋਂ ਪਹਿਲਾਂ ਭਗਤ ਸਾਹਿਬਾਨਾਂ ਦੀਆਂ ਜਿਹੜੀਆਂ ਪੋਥੀਆਂ ਸਨ, ਉਹ ਗੁਰੂ ਸਾਹਿਬ ਜੀ ਨੇ ਇਕੱਤਰ ਕਰਕੇ ਕਿ ਇਹ ਇੱਕ ਜਗ੍ਹਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਜਾਂ ਆਦਿ ਬੀੜ ਦਾ ਪਹਿਲਾਂ ਸਰੂਪ ਉਹ ਤਿਆਰ ਕੀਤਾ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਉਸ ਆਦਿ ਬੀੜ ਦੇ ਵਿੱਚ ਐਡ ਕਰਕੇ। ਸੋ ਇਸ ਸੰਬੰਧੀ ਅੱਜ ਵਿਚਾਰ ਕਰ ਰਹੇ ਸਨ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਸਭਰਾ। ਸੋ ਮੈਂ ਦੁਬਾਰਾ ਫੇਰ ਸਤਿਕਾਰਯੋਗ ਸਰੋਤਿਆਂ ਨੂੰ ਬੇਨਤੀ ਕਰਾਂ ਕਿ ਭਾਈ ਹਰਜਿੰਦਰ ਸਿੰਘ ਜੀ ਸਭਰਾ ਜਿਹੜੇ ਕਿ 26 ਅਪ੍ਰੈਲ ਤੋਂ 18 ਮਈ ਤੱਕ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਨਿਰੰਤਰ ਕਥਾ ਕਰ ਰਹੇ ਹਨ। ਸ਼ਾਮ ਦੇ ਦੀਵਾਨ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਹੁੰਦੇ ਹਨ, ਅਤੇ ਐਤਵਾਰ ਦਾ ਦੀਵਾਨ 12 ਵਜੇ ਤੋਂ ਲੈ ਕੇ 1 ਵਜੇ ਤੱਕ ਹੁੰਦਾ ਹੈ। ਸਮੂਹ ਸਰੋਤਿਆਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਕਿ ਪਹੁੰਚੇ ਹੋਏ ਵਿਦਵਾਨਾਂ ਤੋਂ ਅਸੀਂ ਲਾਹਾ ਲੈ ਸਕੀਏ।
ਸੋ ਆਪ ਸਰੋਤਿਆਂ ਦੇ ਨਾਲ ਜਿਵੇਂ ਪਹਿਲਾਂ ਸਾਂਝ ਪਾਈ ਸੀ ਕਿ 6 ਵਜੇ ਤੋਂ ਲੈ ਕੇ 6:25 ਤੱਕ ਔਨ 에ਅਰ ਕਾਲਸ ਲਈਆਂ ਜਾਣਗੀਆਂ। ਸੋ ਹੁਣ ਟਾਈਮ ਹੋ ਚੁੱਕਿਆ। ਜੇ ਕਿਸੇ ਵੀ ਸਾਡੇ ਸਤਿਕਾਰਤ ਸਰੋਤੇ ਨੇ ਕੋਈ ਔਨ 에ਅਰ ਆ ਕੇ ਕੋਈ ਸਵਾਲ ਕਰਨਾ ਹੋਵੇ ਜਾਂ ਕੋਈ ਆਪਣੇ ਰਾਏ ਦੇਣੀ ਹੋਵੇ, ਇਸ ਪ੍ਰੋਗਰਾਮ ਸੰਬੰਧੀ ਕੋਈ ਫੀਡਬੈਕ ਦੇਣੀ ਹੋਵੇ, ਤਾਂ ਉਹ ਫੋਨ ਕਰ ਸਕਦਾ ਜੀ 279 92 70 ਤੇ 27999270 ਤੇ। ਅੱਜ ਅਸੀਂ ਵਿਚਾਰ ਕਰ ਸਕਦੇ ਹਾਂ। ਸੋ ਭਾਈ ਹਰਜਿੰਦਰ ਸਿੰਘ ਜੀ ਸਭਰਾ ਇਸ ਆਪ ਜੀ ਦੇ ਮਨ ਦੇ ਵਿੱਚ ਕੋਈ ਵੀ ਸਵਾਲ ਹੋਵੇ ਉਸ ਸਵਾਲ ਦਾ ਜਵਾਬ ਦੇਣਗੇ। ਸੋ ਭਾਈ ਹਰਜਿੰਦਰ ਸਿੰਘ ਜੀ ਸਭਰਾ ਸਾਡੇ ਵਿਚਕਾਰ ਸਟੂਡੀਓ ਦੇ ਵਿੱਚ ਹਾਜ਼ਰ ਨੇ। ਸੋ ਕਿਸੇ ਵੀ ਸਾਡੇ ਸਰੋਤੇ ਨੇ ਕੋਈ ਸਵਾਲ ਕਰਨਾ ਹੋਵੇ ਅੱਜ ਦੇ ਟੌਪਿਕ ਸੰਬੰਧੀ ਜਾਂ ਗੁਰਮਤਿ ਦੇ ਦਾਇਰੇ ਦੇ ਵਿੱਚ ਰਹਿੰਦੇ ਹੋਏ ਕੋਈ ਵੀ ਵਿਚਾਰ ਹੋਵੇ ਤਾਂ ਭਾਈ ਸਾਹਿਬ ਨਾਲ ਸਾਂਝੀ ਕੀਤੀ ਜਾ ਸਕਦੀ ਹੈ 279 92 70 ਤੇ ਫੋਨ ਕਰਕੇ ਜੀ 27999270 ਤੇ। ਸੋ ਤਦ ਤੱਕ ਲਈ ਆਪਾਂ ਇੱਕ ਗੁਰਬਾਣੀ ਦਾ ਪਾਵਨ ਸ਼ਬਦ ਸਰਵਣ ਕਰਦੇ ਹਾਂ। ਇਸ ਗੁਰਬਾਣੀ ਦੇ ਪਾਵਨ ਸ਼ਬਦ ਦੇ ਵਿਚਕਾਰ ਵੀ ਆਪ ਜੀ ਫੋਨ ਕਰ ਸਕਦੇ ਜੀ 279 92 70 ਤੇ।